ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਸਾਹਿਬ ਜੀ ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਹੇ ਕਰੀ ਜੇਤੀ ਸਿਰਠ ਉਪਾਈ ਵੇਖਾਂ ਵਿਣ ਕਰਮਾ ਕੇ ਮਿਲੈ ਲਈ। ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ 'ਚ ਜੁੜ ਬੈਠ ਕੇ ਅੰਮ੍ਰਿਤ ਵੇਲੇ ਗੁਰਦੀਵਾਨ ਦੀਆਂ ਹਾਜ਼ਰੀਆਂ ਪਰਦੇ ਹੋਏ ਅੰਮ੍ਰਿਤ ਵੇਲੇ ਦੇ ਨੇਮ ਤੋਂ ਉਪਰੰਤ ਗੁਰਬਾਣੀ ਦਾ ਰਸ ਪੀਨਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਉਪਰੰਤ ਚੱਲ ਰਹੀ ਲੜੀਵਾਰ ਗੁਰੂ ਨਾਨਕ ਪਾਤਸ਼ਾਹ ਜੀ ਦੀ ਅਸੀਮ ਰਚਨਾ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਕੀਤੀ ਹੋਈ ਸਭ ਤੋਂ ਪਹਿਲੀ ਬਾਣੀ ਦੇ ਰੂਪ ਦੇ ਵਿੱਚ ਅਲੌਕਿਕ ਬਾਣੀ ਜਪਜੀ ਸਾਹਿਬ ਜੋ ਸਾਡੇ ਨਿਤ ਪ੍ਰਤੀ ਨੇਮ ਦੀ ਪਹਿਲੀ ਬਾਣੀ ਹੈ। ਅੰਮ੍ਰਿਤ ਦੀਆਂ ਬਾਣੀਆਂ ਦੇ ਵਿੱਚੋਂ ਸਭ ਤੋਂ ਪਹਿਲੀ ਬਾਣੀ ਹੈ। ਸਿੱਖ ਜਗਤ ਦੇ ਅੰਦਰ ਸਭ ਤੋਂ ਵੱਧ ਪੜ੍ਹੀ ਜਾਣ ਵਾਲੀ ਬਾਣੀ ਹੈ। ਇਸ ਬਾਣੀ ਦੀ ਕਥਾ ਵਿਚਾਰ ਸਰਵਣ ਕਰਨ ਦੇ ਲਈ ਆਪ ਗੁਰੂ ਦੇ ਸਨਮੁਖ ਹੋਏ ਹੋ। ਆਓ ਇਸ ਲੜੀ ਨੂੰ ਆਰੰਭ ਕਰਨ ਤੋਂ ਪਹਿਲਾਂ ਸਤਿਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਫਤਿਹ ਦੇ ਨਾਲ ਸਾਂਝ ਪਾਈਏ। ਆਪਣੀ ਹਾਜ਼ਰੀ ਸਾਰੇ ਲਗਾਉਣ ਦਾ ਯਤਨ ਕਰੋ ਜੀ। ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਲੜੀ ਦੇ ਵਿੱਚ ਆਪਾਂ 5 ਪੌੜੀਆਂ ਦੀ ਵਿਚਾਰ ਕਰ ਚੁੱਕੇ ਹਾਂ। ਅੱਜ 6ਵੀਂ ਪੌੜੀ ਦੀ ਵਿਚਾਰ ਆਪਾਂ ਸਾਂਝੀ ਕਰਨੀ ਹੈ। ਗੁਰੂ ਸਾਹਿਬਾਨ ਨੇ ਚਲਦੀ ਹੋਈ ਲੜੀ ਦੇ ਵਿੱਚ ਜੋ 5ਵੀਂ ਪੌੜੀ ਜਿੱਥੇ ਸਮਾਪਤ ਕੀਤੀ ਸੀ ਉਸ ਦਾ ਜ਼ਿਕਰ ਅੱਜ ਦੀ ਇਸ ਵਿਚਾਰ ਅਧੀਨ ਪੌੜੀ ਦੀਆਂ ਅੰਤਲੀਆਂ ਤੁਕਾਂ ਦੇ ਵਿੱਚ ਫਿਰ ਕੀਤਾ ਹੈ। ਪਿਛਲੀ ਪੌੜੀ ਦੇ ਵਿੱਚ ਗੁਰੂ ਸਾਹਿਬ ਬਖਸ਼ਿਸ਼ ਕਰਦੇ ਸੀ ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਹੇ ਸਤਿਗੁਰੂ ਇਹ ਸਮਝ ਇਹ ਸੋਝੀ ਮੈਨੂੰ ਬਖਸ਼ ਕਿ ਮੈਂ ਇਸ ਤਰ੍ਹਾਂ ਦਾ ਕਰਮ ਕਰ ਸਕਾਂ ਕਿ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੋ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, ਭਾਵ ਸਭ ਨੂੰ ਬਣਾਉਣ ਵਾਲਾ, ਪੈਦਾ ਕਰਨ ਵਾਲਾ, ਸਿਰਜਣ ਵਾਲਾ, ਉਹਨਾਂ ਦੀ ਦੇਖ ਰੇਖ ਕਰਨ ਵਾਲਾ, ਉਹਨਾਂ ਨੂੰ ਪਾਲਣ ਵਾਲਾ, ਬੇਅੰਤ ਦਾਤਾਂ ਮਨੁੱਖ ਦੇ ਉੱਪਰ ਸਰਸ਼ਾਰ ਕਰਨ ਵਾਲਾ ਉਹ ਪਰਮਾਤਮਾ ਮੈਨੂੰ ਨਾ ਵਿਸਰੇ। ਭਾਵ ਮੈਂ ਹਰ ਵੇਲੇ ਉਸ ਦੇ ਨਾਲ ਜੁੜਿਆ ਰਵਾਂ, ਉਸ ਦੀ ਯਾਦ ਮੇਰੇ ਅੰਦਰ ਵਸੀ ਰਵੇ, ਮੇਰੇ ਚਿੰਤਨ ਸ਼ਕਤੀ ਦਾ ਹਿੱਸਾ ਬਣ ਜਾਏ। ਸਤਿਗੁਰੂ ਪਾਤਸ਼ਾਹ ਇਹ ਰਹਿਮਤ ਕਰ। ਅਤੇ ਅੱਜ ਦੀ ਜਿਹੜੀ 6ਵੀਂ ਪੌੜੀ ਹੈ ਇਸ ਦੇ ਅੰਦਰ ਵੀ ਗੁਰੂ ਸਾਹਿਬ ਨੇ ਅੰਤਲੀਆਂ ਤੁਕਾਂ ਦੇ ਵਿੱਚ ਫਿਰ ਉਹੀ ਅਰਦਾਸ ਕੀਤੀ ਹੈ। ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ। ਕਿਉਂਕਿ ਜਪਜੀ ਸਾਹਿਬ ਦੇ ਅੰਦਰ ਸਾਰੀ ਵਿਚਾਰ ਇੱਕ ਅਕਾਲ ਪੁਰਖ ਵਾਹਿਗੁਰੂ ਉਸ ਦੇ ਨਾਮ ਦੀ ਚਲਦੀ ਹੈ। ਜੀਵਨ ਦਾ ਮਨੋਰਥ ਸਾਨੂੰ ਸਮਝਾਉਂਦੇ ਹੋਏ ਗੁਰੂ ਸਾਹਿਬ ਇਹ ਬਖਸ਼ਿਸ਼ ਕਰਦੇ ਕਿ ਮਨੁੱਖ ਨੇ ਸਚਿਆਰ ਬਣਨਾ ਹੈ। ਸੰਸਾਰ ਦੇ ਅੰਦਰ ਵਿਚਰਦਿਆਂ ਹੋਇਆਂ ਕੂੜ ਦੀ ਪਾਲ ਆਪਣੇ ਅੰਦਰ ਉਹ ਖੜੀ ਕਰ ਲੈਂਦਾ ਹੈ। ਵਿਕਾਰਾਂ ਦੀ ਮੈਲ ਦੇ ਨਾਲ ਉਸਦੀ ਜ਼ਿੰਦਗੀ ਖੁਆਰ ਹੋ ਜਾਂਦੀ ਹੈ, ਜ਼ਿੰਦਗੀ ਮੈਲੀ ਹੋ ਜਾਂਦੀ ਹੈ, ਮੈਲ ਦੇ ਨਾਲ ਭਰਿਆ ਹੋਇਆ ਜੀਵਨ ਬਤੀਤ ਕਰਦਾ। ਭਾਵ
ਗੁਰਮਤਿ ਤੋਂ ਸਖਣਾ ਜਾਂ ਅਧਰਮੀ ਜੀਵਨ ਸੰਸਾਰ ਦੇ ਅੰਦਰ ਵਿਚਰਦਿਆਂ ਬਤੀਤ ਕਰਦਾ ਹੈ। ਲੇਕਿਨ ਇਸ ਖੁਆਰੀ ਤੋਂ ਕਿਵੇਂ ਬਚਿਆ ਜਾਏ, ਕਿਵੇਂ ਸਚਿਆਰਾ ਹੋਇਆ ਜਾਏ, ਕਿਵੇਂ ਕੂੜ ਦੀ ਪਾਲ ਆਪਣੇ ਅੰਦਰੋਂ ਤੋੜ ਕੇ ਮਨੁੱਖ ਉਸ ਪਰਮਾਤਮਾ ਦੇ ਵਿੱਚ ਲੀਨ ਹੋ ਜਾਏ, ਇਕਮਿਕ ਹੋ ਜਾਏ, ਸੱਚੇ ਦੇ ਨਾਲ ਜੁੜ ਕੇ ਸਚਿਆਰ ਮਨੁੱਖ ਬਣ ਜਾਏ, ਇਸ ਦੇ ਲਈ ਜ਼ਰੂਰੀ ਹੈ ਕਿ ਮਨੁੱਖ ਆਪਣੇ ਜੀਵਨ ਦਾ ਆਧਾਰ ਜਪ ਨੂੰ ਕਰ ਲਵੇ। ਜਪ ਭਾਵ ਸਿਮਰਨ, ਚਿੰਤਨ, ਯਾਦ ਕਰਨਾ, ਉਸਦੀ ਸਿਫਤ ਸਲਾਹ ਕਰਨਾ, ਉਸ ਪਰਮਾਤਮਾ ਦੀ ਸਿਫਤ ਸਲਾਹ ਦੇ ਨਾਲ ਜੁੜ ਜਾਏ ਅਤੇ ਉਸਦੇ ਜੀਵਨ ਦੇ ਵਿੱਚੋਂ ਜਿਹੜੀ ਕੂੜ ਦੀ ਪਾਲ ਹੈ, ਵਿਕਾਰਾਂ ਦੀ ਗੰਦਗੀ ਹੈ, ਇਹ ਖਤਮ ਹੋ ਸਕਦੀ ਹੈ ਅਤੇ ਉਹ ਇੱਕ ਸੱਚਿਆਰ ਮਨੁੱਖ ਬਣ ਸਕਦਾ ਹੈ। ਪਰ ਇਸ ਦੇ ਲਈ ਜ਼ਰੂਰੀ ਹੈ ਪਰਮਾਤਮਾ ਦੇ ਨਾਮ ਦਾ ਜਪ, ਅਤੇ ਜਪ ਦੇ ਨਾਲ ਜੋੜਨ ਵਾਲਾ ਸਾਨੂੰ ਕੌਣ ਹੈ? ਗੁਰੂ। ਇਸ ਲਈ ਗੁਰੂ ਸਾਹਿਬ ਕਹਿੰਦੇ ਹੈ, ਗੁਰਾ ਇੱਕ ਦੇਹ ਬੁਝਾਈ। ਇਹ ਸਮਝ ਮੈਨੂੰ ਬਖਸ਼, ਇਹ ਸੋਝੀ ਬਖਸ਼ ਕਿ ਮੈਂ ਉਹ ਕਾਰ ਕਰਾਂ, ਉਹ ਕਰਮ ਕਰਾਂ ਜਿਹੜੇ ਕਰਮ ਕਰਦਿਆਂ ਕਰਦਿਆਂ ਮੈਨੂੰ ਪਰਮਾਤਮਾ ਦੇ ਨਾਲ ਮੇਰੀ ਇਕਮਿਕਤਾ ਬਣ ਸਕੇ, ਉਸ ਦੇ ਨਾਲ ਮੈਂ ਜੁੜ ਸਕਾਂ, ਉਸ ਦੀ ਸਿਫਤ ਸਲਾਹ ਕਰ ਸਕਾਂ, ਕਿਉਂਕਿ ਉਸ ਦੀ ਸਿਫਤ ਸਲਾਹ ਕੀਤਿਆਂ ਹੀ ਮਨੁੱਖ ਸੱਚਿਆਰ ਬਣ ਸਕਦਾ ਹੈ। ਇਸ ਦੇ ਵਿੱਚ ਕੋਈ ਹੋਰ ਕਰਮ ਜਿਹੜਾ ਹੈ ਉਹ ਮਨੁੱਖ ਦਾ ਸਹਾਇਕ ਨਹੀਂ ਹੋ ਸਕਦਾ ਕਿ ਉਹ ਉੱਚੀ ਆਤਮਿਕ ਸਿਖਰਤਾ ਹਾਸਲ ਕਰ ਲਵੇ। ਗੁਰੂ ਸਾਹਿਬ ਨੇ ਪਹਿਲੀ ਪੌੜੀ ਦੇ ਅੰਦਰ ਵੀ ਇਹ ਜ਼ਿਕਰ ਕੀਤਾ ਸੀ। ਔਰ ਇੱਕ ਬਹੁਤ ਵੱਡਾ ਭਰਮ ਜਾਲ ਪੁਜਾਰੀਵਾਦ ਨੇ ਫੈਲਾਇਆ ਕਿ ਸਾਡੇ ਅੰਦਰੋਂ ਇਹ ਵਿਕਾਰਾਂ ਦੀ ਗੰਦਗੀ ਜਾਂ ਇਹ ਕੂੜ ਦੀ ਪਾਲ ਟੁੱਟ ਸਕਦੀ ਹੈ ਜਾਂ ਅਸੀਂ ਧਰਮੀ ਬਣ ਸਕਦੇ ਹਾਂ। ਉਹ ਕਿਵੇਂ ਬਣ ਸਕਦੇ ਹਾਂ? ਜੇ ਮਨੁੱਖ ਤੀਰਥਾਂ ਦਾ ਭ੍ਰਮਣ ਕਰੇ। ਸੋਚੈ ਸੋਚ ਨਾ ਹੋਵੀ, ਜੇ ਸੋਚੀ ਲੱਖ ਵਾਰ। ਗੁਰੂ ਸਾਹਿਬ ਨੇ ਇਹ ਸਿਧਾਂਤ ਦੇ ਦਿੱਤਾ ਕਿ ਲੱਖਾਂ ਵਾਰ ਵੀ ਜੇ ਆਪਾਂ ਕੋਈ ਤੀਰਥਾਂ ਦੇ ਇਸ਼ਨਾਨ ਕਰ ਲਈਏ ਤਾਂ ਵੀ ਸਾਡੇ ਅੰਦਰ ਦੀ ਇਹ ਕੂੜ ਦੀ ਪਾਲ ਨਹੀਂ ਟੁੱਟ ਸਕਦੀ, ਸਾਡੇ ਅੰਦਰੋਂ ਇਹ ਮੈਲ ਦੂਰ ਨਹੀਂ ਹੋ ਸਕਦੀ। ਭਾਵ ਸਾਡਾ ਅਧਰਮੀਪਣ ਜਿਹੜਾ ਹੈ ਉਹ ਖਤਮ ਨਹੀਂ ਹੋ ਸਕਦਾ ਅਤੇ ਅਸੀਂ ਆਪਣੇ ਆਪ ਨੂੰ ਧਰਮੀ ਨਹੀਂ ਅਖਵਾ ਸਕਦੇ, ਧਰਮੀ ਨਹੀਂ ਬਣ ਸਕਦੇ, ਸਚਿਆਰ ਨਹੀਂ ਬਣ ਸਕਦੇ। ਤਰੀਕਾ ਇੱਕੋ ਹੀ ਹੈ, ਜੇ ਉਹ ਪਰਮਾਤਮਾ ਦੇ ਨਾਲ ਮਿਲਾਪ ਹੋ ਜਾਏ। ਅਤੇ ਅੱਜ ਦੀ ਇਸ ਪੌੜੀ ਦੀ ਆਰੰਭਤਾ ਗੁਰੂ ਸਾਹਿਬ ਨੇ ਇੱਥੋਂ ਹੀ ਕੀਤੀ ਹੈ। ਤੀਰਥ ਨਹਾਵਾਂ ਜੇ ਤਿਸ ਭਾਵਾਂ, ਵਿਣ ਭਾਣੇ ਕੇ ਨਾਹੇ ਕਰੀ। ਇੱਥੋਂ ਇਹ ਸਪਸ਼ਟ ਹੁੰਦਾ ਹੈ ਕਿ ਪੁਜਾਰੀਵਾਦ ਨੇ ਕਿਤਨਾ ਵੱਡਾ ਇੱਕ ਭਰਮ ਜਾਲ ਫੈਲਾਇਆ ਹੋਇਆ ਹੈ। ਜਦੋਂ ਅਸੀਂ ਵਿਚਾਰਧੀਨ ਪੌੜੀ ਦੀ ਗੱਲ ਕਰਦੇ ਹਾਂ ਜਾਂ ਇਸ ਤੋਂ ਪਹਿਲਾਂ ਪਹਿਲੀ ਪੌੜੀ ਦੀ ਗੱਲ ਕੀਤੀ, ਜਿਹੜੀ ਸੋਚੈ ਸੋਚ ਨਾ ਹੋਵੀ, ਜੇ ਸੋਚੀ ਲੱਖ ਵਾਰ। ਇੱਥੇ ਫਿਰ ਗੁਰੂ ਸਾਹਿਬ ਨੇ ਫਿਰ ਤੀਰਥਾਂ ਦਾ ਜ਼ਿਕਰ ਕੀਤਾ। ਅੱਗੇ ਜਾ ਕੇ ਫਿਰ ਗੁਰੂ ਸਾਹਿਬ ਇਹ ਗੱਲ ਕਰਨਗੇ ਕਿ ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਓ। ਗੁਰੂ ਸਾਹਿਬ ਨੇ ਇਹ ਗੱਲ ਕੀਤੀ ਵੀ ਅਸਲ ਦੇ ਵਿੱਚ ਤੀਰਥ ਕਿਹੜਾ ਹੈ। ਇਸ ਤੋਂ ਭਾਵ ਇਹ ਲੱਗਦਾ ਹੈ ਕਿ ਗੁਰੂ ਸਾਹਿਬ ਬਾਰ-ਬਾਰ ਸਾਨੂੰ ਜਦੋਂ ਇੱਕ ਸਿਧਾਂਤ ਦੇ ਨਾਲ ਜੋੜਦੇ ਹੈ ਕਿ ਤੀਰਥਾਂ ਦਾ ਇਸ਼ਨਾਨ ਕਰਨ ਦੇ ਨਾਲ ਸਾਡੇ ਅੰਦਰ ਦੀ ਨਿਰਮਲਤਾ ਨਹੀਂ ਹੋ ਸਕਦੀ। ਇਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਕਿਤਨਾ ਵੱਡਾ ਇਹ ਭਰਮ ਜਾਲ ਫੈਲਾਇਆ ਪੁਜਾਰੀਵਾਦ ਨੇ। ਗੁਰੂ ਸਾਹਿਬ ਇਹ ਕਹਿੰਦੇ ਬਈ ਤੀਰਥ ਨਹਾਵਾਂ, ਜੇ ਮੈਂ ਤੀਰਥ ਉੱਤੇ ਜਾ ਕੇ ਤਾਂ ਇਸ਼ਨਾਨ ਕਰਾਂ, ਜੇ ਤਿਸ ਭਾਵਾਂ, ਜੇ ਉਸ ਨੂੰ ਭਾ ਜਾਵਾਂ, ਜੇ ਉਸ ਨੂੰ ਚੰਗਾ ਲੱਗਾ। ਭਾਵ ਜੇ ਉਸ ਨੂੰ ਭਾਉਂਦਾ ਹੋਵੇ ਤਾਂ ਮੈਂ ਤੀਰਥ 'ਤੇ ਜਾ ਕੇ ਇਸ਼ਨਾਨ ਕਰਾਂ। ਵਿਣ ਭਾਣੇ ਕੇ ਨਾਹੇ ਕਰੀ, ਜੇ ਉਸ ਨੂੰ ਮੇਰਾ ਤੀਰਥ ਉੱਤੇ ਜਾ ਕੇ ਇਸ਼ਨਾਨ ਕਰਨਾ ਚੰਗਾ ਹੀ ਨਹੀਂ ਲੱਗਦਾ, ਭਾਉਂਦਾ ਹੀ ਨਹੀਂ, ਭਾਵ ਇਸ ਤਰੀਕੇ ਦੇ ਨਾਲ ਮੈਂ ਧਰਮੀ ਨਹੀਂ ਬਣ ਸਕਦਾ, ਪਰਮਾਤਮਾ ਦੀ ਖੁਸ਼ੀ ਮੈਨੂੰ ਨਸੀਬ ਹੀ ਨਹੀਂ ਹੁੰਦੀ, ਅਤੇ ਮੈਂ ਤੀਰਥ ਉੱਤੇ ਜਾ ਕੇ ਇਸ਼ਨਾਨ ਕਰਕੇ ਕੀ ਖਟਾਂਗਾ। ਭਾਵ ਕਿ ਤੀਰਥਾਂ ਦਾ ਇਸ਼ਨਾਨ ਕੋਈ ਲਾਭਦਾਇਕ ਨਹੀਂ ਹੈ, ਕੋਈ ਫਲਦਾਇਕ ਨਹੀਂ ਹੈ। ਆਤਮਿਕ ਜੀਵਨ ਦੀ ਘਾਟ ਦੇ ਲਈ ਤੀਰਥ ਦੇ ਇਸ਼ਨਾਨ ਦੀ ਕੋਈ ਲੋੜ ਨਹੀਂ। ਜੇ ਤੀਸਰਠ ਉਪਾਈ ਵੇਖਾਂ, ਵਿਣ ਕਰਮਾ ਕੇ ਮਿਲੈ ਲਈ। ਕਹਿੰਦੇ ਇਹ ਸਾਰੀ ਪੈਦਾ ਕੀਤੀ ਹੋਈ ਜਿਹੜੀ ਉਸ ਪਰਮਾਤਮਾ ਦੀ ਦੁਨੀਆ ਹੈ, ਇਹ ਸ੍ਰਿਸ਼ਟੀ ਹੈ, ਇਸ ਦੇ ਵਿੱਚ ਮੈਂ ਵੇਖ ਰਿਹਾ ਕਿ ਪਰਮਾਤਮਾ ਦੀ ਬਖਸ਼ਿਸ਼ ਤੋਂ ਬਿਨਾਂ, ਵਿਣ ਕਰਮਾ, ਬਖਸ਼ਿਸ਼ ਤੋਂ ਬਿਨਾਂ ਕਿਸੇ ਨੂੰ ਕੁਝ ਪ੍ਰਾਪਤ ਨਹੀਂ ਹੁੰਦਾ। ਭਾਵ ਕਿ ਉੱਚੀ ਆਤਮਿਕ ਅਵਸਥਾ ਪਰਮਾਤਮਾ ਦੀ ਬਖਸ਼ਿਸ਼ ਤੋਂ ਬਿਨਾਂ ਪ੍ਰਾਪਤ ਨਹੀਂ ਹੋ ਸਕਦੀ। ਤੀਰਥਾਂ 'ਤੇ ਇਸ਼ਨਾਨ ਕੀਤਿਆਂ ਇਹ ਚੀਜ਼ ਮਿਲ ਨਹੀਂ ਸਕਦੀ। ਮਨੁੱਖ ਦੇ ਜੀਵਨ ਦੀ ਘਾਟ ਘੜੀ ਨਹੀਂ ਜਾ ਸਕਦੀ, ਉਹ ਧਰਮੀ ਨਹੀਂ ਬਣ ਸਕਦਾ। ਉਸ ਦੀ ਬਖਸ਼ਿਸ਼ ਤੋਂ ਬਿਨਾਂ ਇਹ ਸਭ ਕੁਛ ਨਹੀਂ ਹੋ ਸਕਦਾ। ਭਾਵ ਪਰਮਾਤਮਾ ਦੇ ਨਾਲ ਮਿਲਾਪ ਦਾ ਇੱਕੋ ਇੱਕ ਸਾਧਨ ਹੈ, ਉਸ ਦੀ ਬਖਸ਼ਿਸ਼ ਹੋ ਜਾਏ। ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਦੇਖੋ ਜੋੜਦੇ ਕਿਵੇਂ ਗੁਰੂ ਸਾਹਿਬ, ਕਿਤਨਾ ਗੁੱਝਾ ਇੱਕ ਭੇਦ ਦੱਸਦੇ ਹੈ ਕਿ ਤੀਰਥਾਂ ਦਾ ਇਸ਼ਨਾਨ ਸਾਡੇ ਆਤਮਿਕ ਜੀਵਨ ਦੀ ਉਸਾਰੀ ਨਹੀਂ ਕਰ ਸਕਦਾ। ਇੱਕੋ ਤਰੀਕਾ ਹੈ ਪਰਮਾਤਮਾ ਦੀ ਬਖਸ਼ਿਸ਼ ਮਿਲ ਜਾਏ। ਅਤੇ ਬਖਸ਼ਿਸ਼ ਕਿਵੇਂ ਮਿਲੇਗੀ?
ਗੁਰੂ ਸਾਹਿਬ ਨੇ ਅਗਲੀ ਪੰਕਤੀ ਦੇ ਵਿੱਚ ਇਹ ਜੋੜ ਰਿਹਾ, ਗੁੱਜਾ ਭੇਦ ਹੈ ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਜੇ ਗੁਰੂ ਦੀ ਇੱਕ ਸਿੱਖਿਆ ਸੁਣ ਲਈਏ, ਗੁਰੂ ਦਾ ਉਪਦੇਸ਼ ਸੁਣ ਲਈਏ, ਭਾਵ ਜੋ ਗੁਰੂ ਸਾਹਿਬ ਬਾਣੀ ਰਾਹੀਂ ਨਾਮ ਰਾਹੀਂ ਸਾਨੂੰ ਸਿੱਖਿਆ ਦੇ ਰਿਹਾ, ਉਸ ਸਿੱਖਿਆ ਨੂੰ ਸੁਣ ਲਈਏ ਤੇ ਮਨੁੱਖ ਦੀ ਬੁੱਧੀ ਦੇ ਵਿੱਚ, ਮਤ ਦੇ ਵਿੱਚ ਸ਼ੁਭ ਗੁਣ ਪੈਦਾ ਹੋ ਜਾਂਦੇ। ਜਵਾਹਰ ਮਤ ਵਿੱਚ ਰਤਨ, ਕੀਮਤੀ ਰਤਨਾਂ ਵਰਗੇ ਸ਼ੁਭ ਗੁਣ ਪੈਦਾ ਹੋ ਜਾਂਦੇ, ਭਾਵ ਉਸ ਦੀ ਮਤ ਘੜੀ ਜਾਂਦੀ ਹੈ, ਮਤ ਉੱਚੀ ਹੋ ਜਾਂਦੀ ਹੈ ਤੇ ਉਹਨੂੰ ਇਹ ਸੋਝੀ ਪ੍ਰਾਪਤ ਹੋ ਜਾਂਦੀ ਹੈ ਕਿ ਤੀਰਥਾਂ ਦੇ ਇਸ਼ਨਾਨ ਦੇ ਨਾਲ ਮੈਨੂੰ ਕੋਈ ਲਾਭ ਪ੍ਰਾਪਤ ਨਹੀਂ ਹੋ ਸਕਦਾ, ਮੈਂ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜਾਂ, ਉਸ ਦੀ ਬਖਸ਼ਿਸ਼ ਹੋ ਜਾਏ ਤੇ ਮੇਰੇ ਆਤਮਿਕ ਜੀਵਨ ਦੀ ਉਸਾਰੀ ਹੋ ਸਕਦੀ ਹੈ। ਫਿਰ ਗੁਰੂ ਸਾਹਿਬ ਇਹ ਗੱਲ ਕਹਿੰਦੇ ਆ, ਗੁਰਾ ਇੱਕ ਦੇ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਫਿਰ ਗੁਰੂ ਸਾਹਿਬ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦੇ ਕਿ ਹੇ ਸਤਿਗੁਰੂ, ਬਖਸ਼ਿਸ਼ ਕਰਕੇ ਮੈਨੂੰ ਇਹ ਸੋਝੀ ਪ੍ਰਾਪਤ ਹੋ ਜਾਏ, ਮੈਂ ਗਿਆਨ ਹਾਸਲ ਕਰ ਲਵਾਂ ਕਿ ਉਹ ਪਰਮਾਤਮਾ ਹੀ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, ਉਹ ਮੈਨੂੰ ਭੁੱਲੇ ਨਾ, ਮੇਰੇ ਚਿੰਤਨ ਦੇ ਵਿੱਚ ਹਰ ਵੇਲੇ ਵਸਿਆ ਰਹੇ, ਮੇਰੀ ਯਾਦ ਦੇ ਵਿੱਚ ਹਰ ਵੇਲੇ ਵਸਿਆ ਰਹੇ। ਤੋ ਜਦੋਂ ਇਸ ਪੌੜੀ ਦੀ ਆਪਾਂ ਵਿਚਾਰ ਕਰਦੇ ਹਾਂ, 2-3 ਨੁਕਤੇ ਫਿਰ ਸਾਡੇ ਵਿਚਾਰ ਗੋਚਰੇ ਆਉਂਦੇ ਹੈ ਕਿ ਅਸਲ ਦੇ ਵਿੱਚ ਬਾਹਰਲੇ ਤੀਰਥਾਂ ਦਾ ਭ੍ਰਮਣ ਸਾਡੇ ਅੰਦਰ ਦੀ ਮੈਲ ਨੂੰ ਧੋ ਨਹੀਂ ਸਕਦਾ, ਸਾਡੇ ਆਤਮਿਕ ਜੀਵਨ ਦੀ ਉਸਾਰੀ ਨਹੀਂ ਹੋ ਸਕਦੀ, ਅਸੀਂ ਧਰਮੀ ਨਹੀਂ ਬਣ ਸਕਦੇ, ਤੀਰਥਾਂ ਦੇ ਇਸ਼ਨਾਨ ਦੇ ਨਾਲ ਪਰਮਾਤਮਾ ਦੀ ਖੁਸ਼ੀ ਹਾਸਲ ਨਹੀਂ ਕੀਤੀ ਜਾ ਸਕਦੀ, ਉਸ ਦੇ ਨਾਲ ਮਿਲਾਪ ਦਾ ਸਾਧਨ ਤੀਰਥਾਂ ਦਾ ਇਸ਼ਨਾਨ ਨਹੀਂ ਹੈ। ਸਾਡੇ ਲਈ ਤੀਰਥ ਕਿਹੜਾ ਹੈ ਉਹ ਵਿਚਾਰ ਕਰਨੀ। ਇੱਕ ਤੇ ਨੁਕਤਾ ਇਹ ਹੈ, ਉਹ ਇੱਥੋਂ ਹੀ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਤੀਰਥ ਕੇਵਲ ਸਾਡੇ ਲਈ ਪਰਮਾਤਮਾ ਦਾ ਨਾਮ ਹੈ, ਪਰਮਾਤਮਾ ਦੇ ਨਾਲ ਜੁੜਨ ਦਾ ਵਸੀਲਾ ਉਸ ਦਾ ਨਾਮ ਹੈ, ਨਾਮ ਦੀ ਦਾਤ ਗੁਰੂ ਦਿੰਦਾ ਹੈ, ਇਸ ਲਈ ਗੁਰੂ ਵੀ ਇੱਕ ਤੀਰਥ ਹੈ ਸਾਡੇ ਲਈ। ਗੁਰੂ ਤੀਰਥ ਹੈ, ਗੁਰੂ ਇੱਕ ਸਰੋਵਰ ਹੈ, ਗੁਰੂ ਸਿੱਖਿਆ ਦਾ ਦਾਤਾ ਹੈ, ਗੁਰੂ ਸਾਨੂੰ ਅਸਲ ਤੀਰਥ ਨਾਮ ਦੇ ਨਾਲ ਜੋੜਦਾ ਹੈ, ਨਾਮ ਦੀ ਦਾਤ ਬਖਸ਼ਿਸ਼ ਕਰਕੇ ਉਸ ਤੀਰਥ ਦੇ ਵਿੱਚ ਜਦੋਂ ਆਪਾਂ ਇਸ਼ਨਾਨ ਕਰਦੇ ਹਾਂ, ਭਾਵ ਇਸ ਆਤਮਿਕ ਜੀਵਨ ਦੇਣ ਵਾਲੇ ਨਾਮ ਜਲ ਦੇ ਵਿੱਚ, ਨਾਮ ਸਰੋਵਰ ਦੇ ਵਿੱਚ ਜਦੋਂ ਅਸੀਂ ਟੁੱਬੀ ਲਾਉਂਦੇ ਹਾਂ, ਭਾਵ ਨਾਮ ਜਪਦੇ ਹਾਂ, ਉਸਦੀ ਸਿਫਤਸਲਾਹ ਕਰਦੇ ਹਾਂ, ਸਿਫਤਸਲਾਹ ਕਰਦਿਆਂ ਕਰਦਿਆਂ ਸਾਡੇ ਅੰਦਰੋਂ ਕੂੜ ਦੀ ਬਾਲ ਟੁੱਟਦੀ ਹੈ ਤੇ ਅਸੀਂ ਸਚਿਆਰ ਬਣ ਜਾਂਦੇ। ਇਸ ਲਈ ਗੁਰੂ ਸਾਹਿਬ ਕਹਿੰਦੇ ਆ ਵੀ ਤੀਰਥ ਨਹਾਵਾਂ, ਮੈਂ ਬਾਹਰਲੇ ਤੀਰਥ 'ਤੇ ਜੇ ਤਾਂ ਜਾ ਕੇ ਇਸ਼ਨਾਨ ਕਰਾਂ ਜੇ ਉਸ ਨੂੰ ਭਾਉਂਦਾ ਹੋਵਾਂ, ਜੇ ਉਸ ਨੂੰ ਇਹ ਚੰਗਾ ਲੱਗਦਾ ਹੋਵੇ। ਉਸ ਨੂੰ ਤਾਂ ਬਾਹਰਲੇ ਤੀਰਥਾਂ ਦਾ ਇਸ਼ਨਾਨ ਭਾਉਂਦਾ ਹੀ ਨਹੀਂ ਹੈ। ਹੁਣ ਇਹ ਇੱਕ ਭਰਮ ਜਾਲ ਪੁਜਾਰੀਵਾਦ ਨੇ ਫੈਲਾਇਆ। ਜਦੋਂ ਅਸੀਂ ਦੇਖਦੇ ਹਾਂ ਦੂਜੇ ਸਮਾਜ ਦੀ ਆਪਾਂ ਗੱਲ ਕਰਦੇ ਹਾਂ ਤੇ ਬਹੁਤ ਸਾਰੇ ਪਵਿੱਤਰ ਸਥਾਨ ਮੰਨ ਲਏ ਗਏ ਜਿਨ੍ਹਾਂ ਨੂੰ ਤੀਰਥਾਂ ਦਾ ਨਾਮ ਦਿੱਤਾ ਗਿਆ, ਔਰ ਇਸ ਦੇ ਨਾਲ ਇਹ ਹੀ ਨਹੀਂ, ਇੱਥੇ ਤੱਕ ਨਹੀਂ ਰੁਕਿਓ, ਉਹਨਾਂ ਨੇ ਬਹੁਤ ਸਾਰੇ ਪਵਿੱਤਰ ਦਿਹਾੜੇ ਵੀ ਮੰਨ ਲਏ, ਜਿਵੇਂ ਸੰਗਰਾਂਦ ਹੈ, ਪੂਰਨਮਾਸ਼ੀ ਹੈ, ਮੱਸਿਆ ਹੈ, ਔਰ ਇੱਕ ਐਸਾ ਭਰਮਜਾਲ ਸਮਾਜ ਦੇ ਵਿੱਚ ਫੈਲਾਇਆ ਕਿ ਜੇ ਤੁਸੀਂ ਕਿਸੇ ਖਾਸ ਪਵਿੱਤਰ ਦਿਨ 'ਤੇ, ਕਿਸੇ ਖਾਸ ਪਵਿੱਤਰ ਸਥਾਨ 'ਤੇ, ਤੀਰਥ ਸਥਾਨ 'ਤੇ ਜਾ ਕੇ ਇਸ਼ਨਾਨ ਕਰੋਗੇ ਤੇ ਤੁਸੀਂ ਧਰਮੀ ਬਣ ਜਾਓਗੇ, ਤੁਹਾਡੇ ਅੰਦਰੋਂ ਵਿਕਾਰਾਂ ਦੀ ਮੈਲ ਦੂਰ ਹੋਏਗੀ, ਤੁਹਾਡਾ ਜੀਵਨ ਨਿਰਮਲ ਹੋ ਜਾਏਗਾ। ਇੱਕ ਤੇ ਇਹ ਧਾਰਨਾ, ਫਿਰ ਤੁਹਾਨੂੰ ਮਨ ਇੱਛਤ ਫਲ ਪ੍ਰਾਪਤ ਹੋਣਗੇ, ਤੁਹਾਡੀਆਂ ਮਨੋਕਾਮਨਾਵਾਂ ਪੂਰੀਆਂ ਹੋਣਗੀਆਂ, ਤੁਹਾਡੇ ਪਾਪ ਕੱਟੇ ਜਾਣਗੇ। ਸੰਸਾਰ ਦੇ ਅੰਦਰ ਵਿਚਰਦਿਆਂ ਜਦੋਂ ਮਨੁੱਖ ਕੋਈ ਮਾੜੇ ਕਰਮ ਕਰਦਾ ਹੈ, ਪਾਪ ਕਰਦਾ ਹੈ, ਤੇ ਇਹ ਪਾਪ ਵੀ ਤੁਹਾਡੇ ਕੱਟੇ ਜਾਣਗੇ ਜੇ ਤੁਸੀਂ ਤੀਰਥਾਂ ਦਾ ਭ੍ਰਮਣ ਕਰਦੇ ਹੋ, ਤੀਰਥਾਂ ਦਾ ਇਸ਼ਨਾਨ ਕਰਦੇ ਹੋ। ਤੇ ਇੱਕ ਹੋਰ ਧਾਰਨਾ ਦੇ ਦਿੱਤੀ ਕਿ ਨਹੀਂ, ਇੱਥੇ ਤੱਕ ਹੀ ਸੀਮਿਤ ਨਹੀਂ, ਸੰਸਾਰ ਦੇ ਅੰਦਰ ਵਿਚਰਦਿਆਂ ਮਨੁੱਖ ਨੂੰ ਤਾਂ ਇਹ ਲਾਭਦਾਇਕ ਹੀ ਹੈ ਕਿ ਉਹ ਤੀਰਥਾਂ ਦਾ ਇਸ਼ਨਾਨ ਕਰੇ, ਲੇਕਿਨ ਮਰਨ ਤੋਂ ਉਪਰੰਤ ਵੀ ਤੀਰਥ ਕਿਵੇਂ ਸਹਾਇ ਹੋ ਸਕਦਾ ਜੇ ਕਿਸੇ ਮਰੇ ਹੋਏ ਪ੍ਰਾਣੀ ਦੀਆਂ ਹੱਡੀਆਂ ਗੰਗਾ ਆਦਿਕ ਤੀਰਥ ਸਥਾਨ 'ਤੇ ਜੇ ਪ੍ਰਵਾਹ ਕਰ ਦਿੱਤੀਆਂ ਜਾਣ ਤਾਂ ਉਹਨੂੰ ਉਸਦਾ ਵਾਸਾ, ਉਸਦੀ ਸਦਗਤੀ ਹੋ ਜਾਂਦੀ, ਉਸਦਾ ਵਾਸਾ ਸੁਰਗਾਂ ਦੇ ਵਿੱਚ ਹੋ ਜਾਂਦਾ। ਭਾਵ ਐਸਾ ਭਰਮਜਾਲ ਫੈਲਾਇਆ ਕਿ ਜਿਉਂਦਿਆਂ ਜੀ ਤਾਂ ਤੀਰਥ ਸਹਾਇਕ ਹੀ ਹੈ, ਲੇਕਿਨ ਮਰਨ ਤੋਂ ਉਪਰੰਤ ਵੀ ਸਹਾਇਕ ਹੈ। ਲੇਕਿਨ ਗੁਰੂ ਸਾਹਿਬ ਨੇ ਕਿਹਾ ਭਾਈ ਨਹੀਂ, ਮੈਂ ਬਾਹਰਲੇ ਤੀਰਥਾਂ 'ਤੇ ਤਾਂ ਜਾ ਕੇ ਇਸ਼ਨਾਨ ਕਰਾਂ ਜੇ ਪਰਮਾਤਮਾ ਨੂੰ ਭਾਉਂਦਾ ਹੋਵੇ, ਪਰਮਾਤਮਾ ਨੂੰ ਇਹ ਚੀਜ਼ ਚੰਗੀ ਨਹੀਂ ਲੱਗਦੀ, ਇਸ ਲਈ ਮੈਂ ਬਾਹਰਲੇ ਤੀਰਥਾਂ ਦਾ ਭ੍ਰਮਣ ਨਹੀਂ ਕਰਦਾ। ਤੀਰਥ ਨਹਾਵਾਂ ਜੇ ਤਿਸ ਭਾਵਾਂ, ਤਾਂ ਤੀਰਥ 'ਤੇ ਇਸ਼ਨਾਨ ਕਰਾਂ, ਜੇ ਉਸ ਨੂੰ ਭਾਉਂਦਾ ਹੀ ਨਹੀਂ ਹੈ। ਦੇਖੋ ਬਾਹਰਲੇ ਤਲ 'ਤੇ ਜਦੋਂ ਅਸੀਂ ਗੱਲ ਕਰਦੇ ਹਾਂ ਇਸ਼ਨਾਨ ਦੀ,
तो हाइजीनिकली ये ਜ਼ਰੂਰੀ भी है। ਅਸੀਂ ਅੰਮ੍ਰਿਤ ਵੇਲੇ ਉੱਠਦੇ ਹਾਂ, ਇਸ਼ਨਾਨ ਪਾਣੀ ਕਰਦੇ ਹਾਂ, ਫਿਰ ਅਸੀਂ ਆਪਣਾ ਨੇਮ ਕਰਦੇ ਹਾਂ, ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠਦੇ ਹਾਂ, ਸਹਿਜ ਪਾਠ ਕਰਦੇ ਹਾਂ, ਬਾਣੀ ਪੜ੍ਹਦੇ ਹਾਂ। ਹੁਣ ਆਪਾਂ ਸੰਗਤ ਕਰ ਰਹੇ ਹਾਂ। ਅਸੀਂ ਸਵੇਰੇ ਅੰਮ੍ਰਿਤ ਵੇਲੇ ਜਦੋਂ ਉੱਠਦੇ ਹਾਂ ਤੇ ਇਸ਼ਨਾਨ ਪਾਣੀ ਕਰਨ ਦੇ ਨਾਲ ਕੀ ਹੁੰਦਾ ਕਿ ਸਾਡੇ ਸਰੀਰ ਦੇ ਵਿੱਚ ਚੁਸਤੀ ਫੁਰਤੀ ਆਉਂਦੀ ਹੈ। ਇੱਕ ਸਾਡਾ ਆਲਸਪਣ ਦੂਰ ਹੁੰਦਾ ਹੈ। ਫਿਰ ਅਸੀਂ ਦਿਨੇ ਆਪਣਾ ਕੰਮਕਾਜ ਕਰਦੇ ਹਾਂ। ਕੰਮਕਾਜ ਕਰਦੇ ਹਾਂ, ਸਾਡੇ ਸਰੀਰ ਨੂੰ ਮੈਲ ਲੱਗਦੀ ਹੈ, ਬਦਬੂ ਆਉਂਦੀ ਹੈ, ਅਤੇ ਕਈ ਵਾਰੀ ਇਹ ਮੈਲ ਬਹੁਤ ਸਾਰੇ ਰੋਗਾਂ ਦਾ ਕਾਰਨ ਵੀ ਬਣਦੀ ਹੈ। ਜੇ ਸਰੀਰ ਦੀ ਸਫਾਈ ਆਪਾਂ ਬਾਹਰਲੇ ਤਲ 'ਤੇ ਨਾ ਕਰੀਏ ਤਾਂ ਕਈ ਰੋਗਾਂ ਦਾ ਕਾਰਨ ਵੀ ਬਣ ਜਾਂਦਾ ਹੈ। ਇਸ ਲਈ ਅਸੀਂ ਜਦੋਂ ਬਾਹਰੋਂ ਕੰਮਕਾਜ ਕਰਕੇ ਆਉਂਦੇ ਹਾਂ, ਕਈ ਲੋਕ ਜਿਹੜੇ ਹੈ ਸਵੇਰੇ ਜਾਂਦੇ, ਆਫਿਸ ਜਾਂਦੇ, ਕੋਈ ਦੁਕਾਨ 'ਤੇ ਜਾ ਰਿਹਾ, ਕੋਈ ਹੋਰ ਕੰਮਕਾਜ 'ਤੇ ਜਾ ਰਿਹਾ, ਜਦੋਂ ਵਾਪਸ ਆਉਂਦਾ ਘਰ ਨੂੰ, ਬਹੁਤ ਸਾਰੇ ਲੋਕਾਂ ਨੂੰ ਆਦਤ ਹੁੰਦੀ ਹੈ ਕਿ ਉਹ ਘਰ ਆ ਕੇ ਇਸ਼ਨਾਨ ਕਰਦੇ ਆ। ਚੰਗੀ ਗੱਲ ਹੈ, ਤੇ ਥਕਾਵਟ ਵੀ ਦੂਰ ਹੁੰਦੀ ਹੈ, ਕਿਉਂਕਿ ਪਾਣੀ ਦੇ ਅੰਦਰ ਇੱਕ ਤਾਕਤ ਹੈ। ਪਾਣੀ ਸਾਡਾ ਜੀਵਨ ਹੈ। ਪਾਣੀ ਦੇ ਅੰਦਰ ਮਿਨਰਲਸ ਨੇ। ਅਸੀਂ ਦੇਖੋ, ਪਿਆਸਾ ਬੰਦਾ, ਪਿਆਸ ਲੱਗੀ ਹੋਵੇ, ਪਾਣੀ ਮਿਲ ਜਾਏ ਤਾਂ ਉਸਨੂੰ ਮਾਨੋ ਸਮਝਦਾ ਕਿ ਬਈ ਮੈਨੂੰ ਜੀਵਨ ਮਿਲ ਗਿਆ। ਪਿਆਸੇ ਨੂੰ ਪਾਣੀ ਮਿਲ ਜਾਏ, ਸਮਝੋ ਜੀਵਨ ਮਿਲ ਗਿਆ। ਇਹ ਬਨਸਪਤੀ ਖਿੜਦੀ ਹੈ, ਪਾਣੀ ਦੇ ਨਾਲ ਖਿੜਦੀ ਹੈ। ਕਿਤਨਾ ਕੰਮ ਸਾਡਾ ਪਾਣੀ ਸਵਾਰਦਾ ਹੈ। ਅਸੀਂ ਘਰ ਦੇ ਵਿੱਚ ਕਿਤਨੇ ਕੰਮ ਕਰਦੇ ਹਾਂ, ਕੱਪੜੇ ਧੋਂਦੇ ਹਾਂ, ਸਰੀਰ ਦੇ ਇਸ਼ਨਾਨ ਕਰਦੇ ਹਾਂ, ਹੋਰ ਬਹੁਤ ਸਾਰੇ ਕੰਮ ਪਾਣੀ ਸਵਾਰਦਾ ਹੈ, ਕਿਉਂਕਿ ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ। ਪਾਣੀ ਦੇ ਅੰਦਰ ਮਿਨਰਲਸ ਨੇ। ਪਾਣੀ ਅਸੀਂ ਪੀਂਦੇ ਹਾਂ। ਅੱਜ ਕੱਲ੍ਹ ਤੁਸੀਂ ਦੇਖੋ ਵਾਟਰ ਪਿਊਰੀਫਾਇਰ ਲੱਗੇ ਹੋਏ ਹੈ, ਅਤੇ ਕਈ ਵਾਰੀ ਇਹ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਬਿਲਕੁਲ ਇਸ ਤਰੀਕੇ ਦਾ ਪਾਣੀ ਵੀ ਨਾ ਤੁਸੀਂ ਕਰੋ ਇਸ ਦੇ ਸਾਰੇ ਮਿਨਰਲਸ ਹੀ ਖਤਮ ਹੋ ਜਾਣ, ਫਿਰ ਸਰੀਰ ਨੂੰ ਤਾਕਤ ਨਹੀਂ ਮਿਲੇਗੀ। ਲੇਕਿਨ ਕੈਲਸ਼ੀਅਮ ਹੈ ਪਾਣੀ ਦੇ ਅੰਦਰ, ਗੰਦਗੀ ਹੈ, ਜਿਹੜੀਆਂ ਪਾਈਪਸ ਜ਼ਮੀਨ ਦੇ ਅੰਦਰ PHE ਡਿਪਾਰਟਮੈਂਟ ਪਾਉਂਦਾ, ਉਹਨਾਂ ਦੀ ਕਦੇ ਸਫਾਈ ਨਹੀਂ ਹੁੰਦੀ, ਕਦੇ ਉਹਨਾਂ ਨੂੰ ਬਦਲਿਆ ਨਹੀਂ ਜਾਂਦਾ। 50-50 ਸਾਲ ਉਹ ਪਾਈਪਾਂ ਚੱਲਦੀਆਂ ਰਹਿੰਦੀਆਂ, ਜ਼ੰਗ ਲੱਗ ਜਾਂਦਾ। ਉਹ ਪਾਣੀ ਜਦੋਂ ਅਸੀਂ ਪੀਂਦੇ ਹਾਂ ਤਾਂ ਸਾਡੇ ਕਈ ਵਾਰੀ ਬਹੁਤ ਸਾਰੇ ਪੇਟ ਦੇ ਰੋਗ ਜਿਹੜੇ ਪੈਦਾ ਹੋ ਜਾਂਦੇ। ਇਸ ਲਈ ਅਸੀਂ ਘਰ ਦੇ ਵਿੱਚ ਵਾਟਰ ਪਿਊਰੀਫਾਇਰ ਲਗਾਏ, ਲੇਕਿਨ ਉਸ ਦੀ ਬੁਨਿਆਦ ਇਸ ਢੰਗ ਦੇ ਨਾਲ ਕਹਿੰਦੇ ਆ ਬਈ ਇਤਨੀ ਨਹੀਂ ਕਰਨੀ ਚਾਹੀਦੀ ਬਸ ਸਾਰੇ ਮਿਨਰਲਸ ਖਤਮ ਹੋ ਜਾਣ, ਕਿਉਂਕਿ ਪਾਣੀ ਸਾਨੂੰ ਤਾਕਤ ਦਿੰਦਾ। ਇਸੇ ਲਈ ਪਾਣੀ ਦੇ ਨਾਲ ਇਸ਼ਨਾਨ ਜਦੋਂ ਅਸੀਂ ਕਰਦੇ ਹਾਂ, ਤੁਸੀਂ ਦੇਖੋ ਰਾਤ ਨੂੰ ਸੌਂਦੇ ਹਾਂ, ਅਸੀਂ ਸਵੇਰੇ ਉੱਠਦੇ ਹਾਂ, ਆਲਸ ਹੁੰਦਾ ਸਾਡੇ, ਲੇਕਿਨ ਅਸੀਂ ਕਈ ਵਾਰੀ ਇਸ਼ਨਾਨ ਪਾਣੀ ਕਰਦੇ ਹਾਂ ਅਤੇ ਆਲਸ ਸਾਡਾ ਦੂਰ ਹੋ ਜਾਂਦਾ, ਸਾਨੂੰ ਚੁਸਤੀ ਫੁਰਤੀ ਮਿਲਦੀ ਹੈ। ਅਸੀਂ ਜਦੋਂ ਇਸ਼ਨਾਨ ਕਰਕੇ ਕਿਤੇ ਬੈਠਦੇ ਹਾਂ, ਆਪਣਾ ਨੇਮ ਕਰਦੇ ਹਾਂ, ਕਿਤੇ ਦਰਬਾਰ ਦੇ ਵਿੱਚ ਬੈਠਦੇ ਹਾਂ, ਸੰਗੀਆਂ ਦੇ ਵਿੱਚ ਬੈਠਦੇ ਹਾਂ, ਨਾਮ ਬਾਣੀ ਸੁਣਦੇ ਹਾਂ, ਅਭਿਆਸ ਕਰਦੇ ਹਾਂ, ਅਤੇ ਸਾਡਾ ਸਰੀਰ ਜਿਹੜਾ ਚੁਸਤ ਫੁਰਤ ਰਹਿੰਦਾ। ਅਸੀਂ ਸਹਿਜ ਪਾਠ ਕਰਦੇ ਹਾਂ। ਉਸ ਤੋਂ ਇਹ ਭਾਵ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬਗੈਰ ਇਸ਼ਨਾਨ ਤੋਂ ਨਹੀਂ ਬੈਠਿਆ ਜਾ ਸਕਦਾ। ਇਹ ਵੀ ਭਰਮ ਨਾ ਪਾਲ ਲੈਣਾ, ਕਿਉਂਕਿ ਕਈ ਵਾਰੀ ਸਰੀਰ ਇਜਾਜ਼ਤ ਨਹੀਂ ਦਿੰਦਾ। ਅਸੀਂ ਪਿਛਲੇ ਐਤਵਾਰ ਕਥਾ ਨਹੀਂ ਕਰ ਸਕੇ ਕਿਉਂਕਿ ਦਾਸ ਠੀਕ ਨਹੀਂ ਸੀ, ਤਾਂ 3-4 ਦਿਨ ਇਸ਼ਨਾਨ ਨਹੀਂ ਕਰ ਸਕੇ। ਅਤੇ ਇਸ ਤੋਂ ਇਹ ਭਾਵ ਨਹੀਂ ਕਿ ਆਪਾਂ ਇਸ਼ਨਾਨ ਨਹੀਂ ਕੀਤਾ ਅਤੇ ਨੇਮ ਵੀ ਨਹੀਂ ਕਰ ਸਕਦੇ, ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਨਹੀਂ ਬੈਠ ਸਕਦੇ। ਸਫਾਈ ਰੱਖਣੀ ਜ਼ਰੂਰੀ ਹੈ, ਲੇਕਿਨ ਜੇ ਸਰੀਰ ਕਈ ਵਾਰੀ ਇਜਾਜ਼ਤ ਨਾ ਦੇਵੇ, ਬੰਦਾ ਬਿਮਾਰ ਹੋਵੇ, ਤਾਂ ਇਸ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਭਰਮ ਨਹੀਂ ਪਾਲ ਲੈਣਾ ਕਿ ਆਪਾਂ ਇਸ਼ਨਾਨ ਕਰਨ ਤੋਂ ਬਿਨਾਂ ਪਾਠ ਨਹੀਂ ਕਰ ਸਕਦੇ। ਹੁਣ ਅਸੀਂ ਕਈ ਵਾਰੀ ਦੇਖਦੇ ਹਾਂ, ਜਦੋਂ ਅਸੀਂ ਗੁਰੂ ਘਰ ਦੇ ਵਿੱਚ ਆਉਂਦੇ ਹਾਂ, ਅੱਜ ਕੱਲ੍ਹ ਬਾਹਰ ਪੈਰ ਧੋਣ ਦੀ ਜਿਹੜੀ ਹੈ ਜਗ੍ਹਾ ਬਣਾਈ ਹੁੰਦੀ ਹੈ। ਪੈਰ ਧੋ ਕੇ ਅਸੀਂ ਅੰਦਰ ਆਉਂਦੇ ਹਾਂ। ਅਸੀਂ ਦਰਬਾਰ ਸਾਹਿਬ ਜਾਂਦੇ ਹਾਂ, ਪੈਰ ਧੋ ਕੇ ਅੰਦਰ ਜਾਂਦੇ ਹਾਂ, ਲੇਕਿਨ ਇਸ ਦੇ ਵਿੱਚ ਵੀ ਅਸੀਂ ਭਰਮ ਪਾਲ ਲਿਆ। ਕਿਸ ਤਰ੍ਹਾਂ ਦਾ ਭਰਮ ਪਾਲ ਲਿਆ? ਜਿੱਥੇ ਆਪਾਂ ਪੈਰ ਧੋਂਦੇ ਹਾਂ ਉੱਥੋਂ ਅਸੀਂ ਬਹੁਤ ਸਾਰੇ ਲੋਕ ਚੁਲੀ ਲੈਂਦੇ ਆ, ਉਹ ਮੂੰਹ ਵਿੱਚ ਪਾਉਂਦੇ ਆ, ਕਈ ਲੋਕ ਦਾੜੀ ਨਾਲ ਲਗਾਉਂਦੇ ਆ, ਕੇਸਾਂ ਦੇ ਉੱਪਰ, ਦਸਤਾਰ ਦੇ ਉੱਪਰ ਉਹ ਪਾਣੀ ਸੁੱਟਦੇ ਹਾਂ ਆਪਾਂ ਕਈ ਵਾਰੀ ਉੱਥੋਂ ਲੈ ਕੇ। ਇਹ ਅਗਿਆਨਤਾ ਹੈ, ਇਹ ਮਨਮਤ ਹੈ, ਕਿਉਂਕਿ ਬਾਹਰ ਜੋ ਚੁਪੱਚਾ ਜੋ ਆਪਾਂ ਬਣਾਇਆ ਹੋਇਆ ਹੈ, ਤੁਸੀਂ ਫਰਜ਼ ਕਰੋ ਬਣਾਇਆ, ਜਿਹਨੇ ਕੋਈ ਕੁੱਤਾ ਆ ਕੇ ਉੱਥੇ ਬੈਠ ਗਿਆ, ਸਾਨੂੰ ਪਤਾ ਨਹੀਂ ਲੱਗੇਗਾ। ਇਹ ਪੈਰ ਧੋਣ ਵਾਸਤੇ ਸੀ ਕਿ ਸਾਡੇ ਕਈ ਵਾਰੀ ਅਸੀਂ ਜਰਾਬਾਂ ਪਾਈਆਂ ਹੁੰਦੀਆਂ, ਪੈਰਾਂ ਦੇ ਵਿੱਚ ਬਦਬੂ ਆਉਂਦੀ ਹੈ, ਅਤੇ ਅਸੀਂ ਜਦੋਂ ਅੰਦਰ ਆਈਏ ਅਤੇ ਪੈਰ ਧੋ ਕੇ ਆਈਏ ਤਾਂ ਕਿ ਅੰਦਰ ਸਫਾਈ ਰਵੇ, ਬਦਬੂ ਨਾ ਫੈਲੇ। ਮਕਸਦ ਤਾਂ ਇਹ ਸੀ, ਲੇਕਿਨ ਅਸੀਂ ਇਸ ਨੂੰ ਵੀ ਭਰਮ ਜਾਲ ਬਣਾ ਲਿਆ, ਕਰਮਕਾਂਡ ਬਣਾ ਲਿਆ। ਹੁਣ ਗੁਰੂ ਸਾਹਿਬ ਕਹਿੰਦੇ ਆ ਸੰਸਾਰ ਦੇ ਅੰਦਰ ਵਿਚਰਦੇ ਹਾਂ, ਜਿਵੇਂ ਬਾਹਰ ਸੰਸਾਰਿਕ ਤਲ 'ਤੇ ਅਸੀਂ ਵਿਚਰਦੇ ਹਾਂ, ਸਾਡੇ ਸਰੀਰ ਨੂੰ ਮੈਲ ਲੱਗਦੀ ਹੈ, ਅਤੇ ਅਸੀਂ ਬਾਹਰਲੇ ਇਸ਼ਨਾਨ ਦੇ ਨਾਲ ਉਸ ਮੈਲ ਨੂੰ ਧੋ ਸਕਦੇ ਹਾਂ, ਸਰੀਰ ਨੂੰ ਸਾਫ ਸੁਥਰਾ ਕਰ ਸਕਦੇ ਹਾਂ। ਇਸੇ ਤਰ੍ਹਾਂ ਸੰਸਾਰ ਦੇ ਅੰਦਰ ਵਿਚਰਦੇ ਹਾਂ, ਸਾਡੇ ਅੰਦਰ ਵੀ ਇੱਕ ਮੈਲ ਜਿਹੜੀ ਹੈ ਉਹ ਜੰਮ ਜਾਂਦੀ ਹੈ, ਜਿਹਨੂੰ ਕੂੜ ਦੀ ਪਾਲ ਵੀ ਆਪਾਂ ਕਹਿ ਸਕਦੇ ਹਾਂ। ਵਿਕਾਰਾਂ ਦੀ ਗੰਦਗੀ ਸਾਡੇ ਅੰਦਰ ਜਾਂਦੀ ਰਹਿੰਦੀ ਹੈ। ਕਿਉਂ ਕਿ ਅਸੀਂ
ਜਦੋਂ ਮਾੜੀ ਸੰਗਤ ਕਰਦੇ ਆ, ਮਾੜੇ ਵਿਚਾਰ ਸਾਡੇ ਅੰਦਰ ਪੈਦਾ ਹੁੰਦੇ, ਮਾੜੇ ਵਿਚਾਰਾਂ ਤੋਂ ਪ੍ਰੇਰਿਤ ਹੋ ਕੇ ਮਾੜੇ ਕਰਮ ਕਰਦੇ ਆ ਤੇ ਅੰਦਰ ਮੈਲ ਭਰਦੀ ਜਾਂਦੀ ਹੈ। ਆਪਾਂ ਇੱਕ ਮਿਸਾਲ ਲੈ ਲੈਂ, ਆਪਣੇ ਸਮਾਜਿਕ ਕਾਰਜ ਦੀ ਗੱਲ ਆਪਾਂ ਕਈ ਵਾਰੀ ਪਹਿਲਾਂ ਵੀ ਲਈਏ। ਸਾਡੇ ਆਨੰਦ ਕਾਰਜ ਹੈ, ਆਨੰਦ ਕਾਰਜ ਤੇ ਆਪਾਂ ਨਹੀਂ ਕਰਦੇ, ਆਪਾਂ ਬਹੁਤ ਘੱਟ ਟਾਈਮ ਦਿੰਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਕਿ ਕੇਵਲ 4 ਲਾਵਾਂ ਆਪਾਂ ਕਰਨੀਆਂ, ਭਾਈ ਸਾਹਿਬ ਜਲਦੀ ਕਰਿਓ। ਉਸ ਤੋਂ ਬਾਅਦ ਆਪਾਂ ਜਿਸ ਸਥਾਨ 'ਤੇ ਜਾਂਦੇ ਹਾਂ, ਮੈਰਿਜ ਪੈਲਸ ਜਾਂਦੇ ਹਾਂ ਜਾਂ ਹੋਰ ਕਿਤੇ ਬੈਠਦੇ ਹਾਂ, ਅਤੇ ਫਿਰ ਉੱਥੇ ਦੇਖੋ ਤੁਸੀਂ ਵਾਤਾਵਰਨ ਕਿਸ ਤਰ੍ਹਾਂ ਦਾ। ਇਹ ਵਿਚਾਰ ਆਪਾਂ ਪਹਿਲਾਂ ਵੀ ਕੀਤੀ ਹੈ, ਕਿਸ ਤਰ੍ਹਾਂ ਦਾ ਵਾਤਾਵਰਨ ਹੈ। ਡੀਜੇ ਦੀ ਧਮਕ ਵੱਜ ਰਹੀ ਹੈ, ਅਸ਼ਲੀਲ ਗਾਣੇ ਚੱਲ ਰਹੇ ਹੈ, ਨਾਚ ਗਾਣਾ ਚੱਲ ਰਿਹਾ ਹੈ। ਉੱਥੇ ਸਾਡੀ ਸੰਗਤ ਮਾੜੀ ਹੋ ਜਾਂਦੀ ਹੈ। ਮਾੜੀ ਸੰਗਤ ਜਦੋਂ ਅਸੀਂ ਕਰਦੇ ਹਾਂ ਤਾਂ ਫਿਰ ਕੀ ਹੁੰਦਾ ਹੈ, ਹੁਣ ਜਦੋਂ ਕੋਈ ਅਸ਼ਲੀਲ ਗਾਣੇ ਸੁਣ ਰਿਹਾ ਤੇ ਉੱਥੇ ਕੋਈ ਗੁਰਮਤਿ ਦੀ ਜਾਂ ਕੋਈ ਗੁਰੂ ਵਾਲੀ ਗੱਲ ਤਾਂ ਹੈ ਨਹੀਂ, ਉੱਥੇ ਅਸ਼ਲੀਲਤਾ ਵਾਲੀਆਂ ਗੱਲਾਂ ਨੇ। ਫਿਰ ਵਿਚਾਰ ਵੀ ਅਸ਼ਲੀਲਤਾ ਵਾਲੇ ਪੈਦਾ ਹੁੰਦੇ ਆ, ਅਸ਼ਲੀਲਤਾ ਵਾਲੇ ਵਿਚਾਰ ਪੈਦਾ ਹੁੰਦੇ ਤੇ ਮਾੜੇ ਹੀ ਕਰਮ ਕਰਦੇ ਆ। ਤੇ ਜਦੋਂ ਮਾੜੇ ਕਰਮ ਕਰਦੇ ਆ ਤੇ ਅੰਦਰ ਮੈਲ ਭਰੀ ਜਾਂਦੀ ਹੈ। ਇਸੇ ਤਰ੍ਹਾਂ ਸੰਸਾਰ ਦੇ ਅੰਦਰ ਵਿਚਰਦੇ ਆ, ਅਸੀਂ ਬਹੁਤ ਸਾਰੇ ਕੰਮ ਕਾਜ ਕਰਦੇ ਆ, ਕੋਈ ਕਿਰਤਕਾਰ ਕਰਦੇ ਆ, ਲੇਕਿਨ ਜਦੋਂ ਅਸੀਂ ਕਿਰਤ ਸਾਡੀ ਝੂਠੀ ਹੋ ਜਾਂਦੀ ਹੈ, ਕੂੜ ਦੇ ਆਧਾਰ ਤੋਂ ਜਾਂਦੀ ਹੈ, ਤੇ ਫਿਰ ਕੀ ਹੁੰਦਾ ਹੈ, ਅਸੀਂ ਕਰਪਸ਼ਨ ਕਰਦੇ ਹਾਂ, ਚੋਰੀ ਕਰਦੇ ਹਾਂ, ਠੱਗੀ ਕਰਦੇ ਹਾਂ, ਦੂਜੇ ਦਾ ਹੱਕ ਮਾਰਦੇ ਹਾਂ। ਇਹ ਸਾਰੀ ਸਾਡੇ ਮੈਲ ਅੰਦਰ ਜਾ ਰਹੀ ਹੈ। ਸੂਖਸ਼ਮ ਮੈਲ ਹੈ, ਸਾਨੂੰ ਨਜ਼ਰ ਨਹੀਂ ਆਉਂਦੀ। ਬਾਹਰਲੇ ਸਰੀਰ ਦੀ ਅਸੀਂ ਕਈ ਵਾਰੀ ਜਾਂਦੇ ਹਾਂ, ਕੋਈ ਤੁਸੀਂ ਸਕੂਟਰ ਡਰਾਈਵ ਕਰਦੇ ਹੋ, ਸਕੂਟਰ ਡਰਾਈਵ ਕਰਦੇ ਹਾਂ, ਆਪਾਂ ਕਿਸੇ ਮੋਟਰਸਾਈਕਲ 'ਤੇ ਜਾ ਰਹੇ ਹਾਂ, ਆਪਾਂ ਦੇਖਦੇ ਹਾਂ ਸ਼ਾਮ ਨੂੰ ਘਰ ਆਈਏ ਅਤੇ ਸ਼ਰਟ ਤਾਂ ਸਾਡੀ ਦਾ ਕਾਲਰ ਜਿਹੜਾ ਕਾਲਾ ਹੋਇਆ ਦਾ ਹੁੰਦਾ, ਵਾਈਟ ਸ਼ਰਟ ਪਹਿਨੀ ਹੋਵੇ। ਇਤਨਾ ਪੋਲੂਸ਼ਨ ਹੈ ਬਾਹਰ, ਗੰਦਗੀ ਹੈ, ਇਹ ਤਾਂ ਨਜ਼ਰ ਆ ਰਹੀ ਹੈ। ਸਰੀਰ ਦੇ ਅੰਦਰ ਦੀ ਜਿਹੜੀ ਮਨ ਨੂੰ ਮੈਲ ਚਮੜੀ ਉਹ ਨਜ਼ਰ ਨਹੀਂ ਆਉਂਦੀ ਹੈ, ਕਿਉਂਕਿ ਸੂਖਸ਼ਮ ਹੈ। ਸਾਡਾ ਮਨ ਮੈਲਾ ਹੋਈ ਜਾ ਰਿਹਾ ਹੈ, ਅਸੀਂ ਚੋਰੀ ਕਰ ਰਹੇ ਹਾਂ, ਠੱਗੀ ਕਰ ਰਹੇ ਹਾਂ, ਫਰੇਬ ਕਰ ਰਹੇ ਹਾਂ। ਜਦੋਂ ਅਸ਼ਲੀਲਤਾ ਸਾਡੇ ਅੰਦਰ ਆਉਂਦੀ ਹੈ, ਕਿਸੇ ਅਸ਼ਲੀਲ ਕੁਝ ਸੁਣ ਕੇ, ਤੇ ਫਿਰ ਸਾਡੀਆਂ ਨਜ਼ਰਾਂ ਜਿਹੜੀਆਂ ਇਹਨਾਂ ਦੀ ਬਿਰਤੀ ਮਾੜੀ ਹੋ ਜਾਂਦੀ ਹੈ। ਅੱਖਾਂ ਪਰਾਇਆ ਰੂਪ ਦੇਖਦੀਆਂ, ਪਰਾਇਆ ਧਨ ਦੇਖਦੀਆਂ। ਇਹ ਸਾਰੀ ਮੈਲ ਸਾਡੇ ਅੰਦਰ ਜਾ ਰਹੀ ਹੈ। ਹੁਣ ਗੁਰੂ ਸਾਹਿਬ ਸਾਨੂੰ ਇਹ ਗੱਲ ਸਮਝਾਉਂਦੇ ਹੈ ਕਿ ਬਈ ਕੈਸੀ ਕਮਾਲ ਦੀ ਖੇਡ ਹੈ ਕਿ ਕੈਸਾ ਭਰਮਜਾਲ ਪੁਜਾਰੀਵਾਦ ਨੇ ਫੈਲਾਇਆ ਕਿ ਬਾਹਰ ਦੀ ਮੈਲ ਤੇ ਇਨਸਾਨ ਨਾਸ ਕੇ ਉਤਾਰ ਸਕਦਾ, ਇਸ਼ਨਾਨ ਕਰਕੇ ਉਤਾਰ ਸਕਦਾ, ਲੇਕਿਨ ਜਿਹੜੀ ਅੰਦਰ ਦੀ ਸੂਖਸ਼ਮ ਮਨ ਦੀ ਮੈਲ ਹੈ, ਇਹਨੂੰ ਕਿਵੇਂ ਉਤਾਰਿਆ ਜਾਏਗਾ? ਇਹ ਤੀਰਥਾਂ 'ਤੇ ਜਾ ਕੇ ਇਹ ਮੈਲ ਨੇ ਉਤਰਨਾ ਨਹੀਂ, ਕਿਉਂਕਿ ਸੂਖਸ਼ਮ ਹੈ। ਅਸੀਂ ਡਾਕਟਰ ਨੂੰ ਕਹੀਏ ਕਿ ਭਾਈ ਤੂੰ ਸਾਡੇ ਸਰੀਰ ਦੀ ਚੀੜ ਫਾੜ ਕੱਢ ਕੇ ਕੋਈ ਮਨ ਸਾਡਾ ਬਾਹਰ ਕੱਢ। ਮਨ ਕੋਈ ਸਥੂਲ ਚੀਜ਼ ਤੇ ਹੈ ਨਹੀਂ, ਮਨ ਸੂਖਸ਼ਮ ਹੈ। ਤੇ ਸੂਖਸ਼ਮ ਮਨ ਨੂੰ ਜਿਹੜੀ ਬਾਹਰਲੀ ਮੈਲ ਲੱਗਦੀ ਹੈ ਸੂਖਸ਼ਮ, ਇਹ ਬਾਹਰਲੇ ਤੀਰਥਾਂ 'ਤੇ ਇਸ਼ਨਾਨ ਕੀਤਿਆਂ ਨਹੀਂ ਧੋਤੀ ਜਾ ਸਕਦੀ। ਗੁਰੂ ਸਾਹਿਬ ਕਹਿੰਦੇ ਹੈ ਇਸ ਮੈਲ ਨੂੰ ਧੋਣ ਵਾਸਤੇ ਸੂਖਸ਼ਮ ਨਾਮ ਜਲ ਚਾਹੀਦਾ। ਸੂਖਸ਼ਮ ਮੈਲ ਨੂੰ ਧੋਣ ਦੇ ਲਈ ਸੂਖਸ਼ਮ ਹੀ ਚੀਜ਼ ਚਾਹੀਦੀ ਹੈ। ਉਹ ਸੂਖਸ਼ਮ ਕੀ ਚੀਜ਼ ਹੈ? ਉਹ ਹੈ ਪਰਮਾਤਮਾ ਦਾ ਨਾਮ। ਗੁਰੂ ਸਾਹਿਬ ਇਸ ਲਈ ਇਹ ਸਾਨੂੰ ਸੇਧ ਬਖਸ਼ਿਸ਼ ਕਰਦੇ ਆ ਕਿ ਭਾਈ ਬਾਹਰਲੇ ਤੀਰਥਾਂ 'ਤੇ ਇਸ਼ਨਾਨ ਕੀਤਿਆਂ ਇਹ ਮੈਲ ਨੇ ਦੂਰ ਨਹੀਂ ਹੋਣਾ, ਕਿਉਂਕਿ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਵਾ ਸਿਆ ਖਣਲੀ ਧੋਤੀ ਉਜਲੀ ਨਾ ਹੋਵੀ, ਜੈਸੋ ਧੋਵਣ ਪਾ। ਗੁਰੂ ਸਾਹਿਬ ਕਹਿੰਦੇ ਆ, ਉਦਾਹਰਨ ਦਿੰਦੇ ਆ, ਪਹਿਲੇ ਸਮੇਂ ਦੇ ਵਿੱਚ ਲੋਕ ਤੇਲ ਲੈਂਦੇ ਸਨ, ਕਹਾਣੀਆਂ ਹੁੰਦੀਆਂ ਸਨ, ਅਤੇ ਉਹ ਕੀ ਕਰਦਾ ਸੀ, ਤੇਲ ਸਾਨੂੰ ਦਿੰਦਾ ਸੀ, ਨਾਲ ਉਹਨੇ ਇੱਕ ਟਾਕੀ ਰੱਖੀ ਦੀ ਹੁੰਦੀ ਸੀ। ਤੁਸੀਂ ਕੋਈ ਪੀਪੀ ਲੈ ਗਏ, ਕੋਈ ਬੋਤਲ ਲੈ ਗਏ, ਉਹਨੇ ਤੇਲ ਪਾ ਕੇ ਤੁਹਾਨੂੰ ਦਿੱਤਾ। ਜਿਹੜਾ ਤੇਲ ਥੱਲੇ ਡੁੱਲਦਾ ਰਹਿੰਦਾ ਸੀ, ਉਸ ਟਾਕੀ ਦੇ ਨਾਲ ਕੱਪੜੇ ਦੇ ਨਾਲ ਸਾਫ਼ ਕਰਦਾ ਰਹਿੰਦਾ ਸੀ। ਅੱਜ ਕੱਲ੍ਹ ਤੇ ਨਹੀਂ, ਅੱਜ ਕੱਲ੍ਹ ਤੇ ਅਸੀਂ ਸਾਰਾ ਦੇਖਦੇ ਹਾਂ ਸਭ ਕੁਝ ਰੈਡੀਮੇਡ ਹੈ, ਅੱਜ ਕੱਲ੍ਹ ਪੈਕਡ ਮਾਲ ਆਉਂਦਾ। ਲੇਕਿਨ ਪਹਿਲਾਂ ਜਦੋਂ ਅਸੀਂ ਤੇਲ ਲੈਂਦੇ ਸਾਂ ਤੇ ਜਦੋਂ ਉਹ ਤੇਲੀ ਕੀ ਕਰਦਾ ਸੀ, ਤੇਲ ਦਿੰਦਾ ਸੀ, ਤੇ ਜਿਹੜਾ ਤੇਲ ਥੱਲੇ ਡਿੱਗਦਾ ਸੀ ਉਹ ਟਾਕੀ ਨਾਲ ਸਾਫ਼ ਕਰਦਾ ਸੀ। ਤੁਹਾਨੂੰ ਵੀ ਬੋਤਲ ਦਿੱਤੀ, ਤੇਲ ਬਾਹਰ ਲੱਗਿਆ, ਉਸ ਦੇ ਟਾਕੀ ਦੇ ਨਾਲ ਕੱਪੜੇ ਦੇ ਨਾਲ ਸਾਫ਼ ਕੀਤਾ। ਉਹ ਮੈਲੀ ਇਤਨੀ ਹੋ ਜਾਂਦੀ ਸੀ ਤੇਲ ਦੇ ਨਾਲ ਕਿ ਫਿਰ ਉਹਨੂੰ ਭਾਵੇਂ ਤੁਸੀਂ ਸਾਬਣ ਦੇ ਵਿੱਚ, ਕਿਸੇ ਡਿਟਰਜੈਂਟ ਦੇ ਵੀ ਧੋ ਦਿਓ, ਉਹ ਸਾਫ਼ ਨਹੀਂ ਹੁੰਦੀ ਕਿਉਂਕਿ ਉਸ ਨੂੰ ਤੰਦ ਮੈਲ ਕਹਿੰਦੇ ਹੈ। ਉਹ ਮੈਲ ਨਹੀਂ ਉਤਰਦੀ, ਚਿਕਨਾਹਟ ਹਮੇਸ਼ਾ ਰਹੇਗੀ, ਗੰਦਗੀ ਉਸ ਦੇ ਅੰਦਰ, ਉਹ ਕਦੀ ਕੱਪੜਾ ਸਾਫ਼ ਨਹੀਂ ਹੋਏਗਾ। ਜਿਹੜੀ ਤੇਲੀ ਦੀ ਟਾਕੀ ਹੈ ਨਾ, ਉਹ ਕਦੀ ਸਾਫ਼ ਨਹੀਂ ਹੁੰਦੀ, ਜਿੰਨਾ ਮਰਜ਼ੀ ਉਸ ਨੂੰ ਧੋ ਲਓ। ਕਹਿੰਦੇ ਬਸ ਇਹ ਮਨ ਵੀ ਇਸੇ ਤਰ੍ਹਾਂ ਹੀ ਹੈ। ਇਹ ਤੇਲੀ ਦੀ ਉਸ ਟਾਕੀ ਦੀ ਨਿਆਈ ਹੈ। ਬਾਹਰ ਸੰਸਾਰ ਦੇ ਅੰਦਰ ਵਿਚਰਦਿਆਂ ਇਸ ਦੇ ਅੰਦਰ ਮੈਲ ਜਿਹੜੀ ਜੰਮ ਜਾਂਦੀ ਹੈ, ਉਹ ਇਤਨੀ ਮੈਲ ਸੂਖਸ਼ਮ ਹੈ, ਅੰਦਰ ਧੱਸ ਜਾਂਦੀ ਹੈ ਕਿ ਬਾਹਰਲੇ ਤੀਰਥਾਂ 'ਤੇ ਇਸ਼ਨਾਨ ਕੀਤਿਆਂ ਮੈਲ ਨਹੀਂ ਉਤਰਨੀ। ਖਣਲੀ ਧੋਤੀ
ਉਜਲੀ ਨਾ ਹੋਵੀ। ਜੇ ਸੋ ਧੋ ਹੋਣ ਪਾ, ਜੇ 100 ਵਾਰੀ ਵੀ ਬੰਦਾ ਬਾਹਰਲੇ ਤੀਰਥਾਂ ਤੇ ਇਸ਼ਨਾਨ ਕਰ ਲਵੇ, ਇਹ ਮੈਲ ਉਤਰ ਨਹੀਂ ਸਕਦੀ। ਤੇ ਗੁਰੂ ਸਾਹਿਬ ਕਹਿੰਦੇ ਨੇ ਮੈਲ ਉਤਰਦੀ ਕਿਵੇਂ ਹੈ? ਇਸ ਮੈਲ ਨੂੰ ਉਤਾਰਨ ਦਾ ਇੱਕੋ ਹੀ ਤਰੀਕਾ ਹੈ, ਉਹ ਹੈ ਨਾਮ। ਜਿਵੇਂ ਗੁਰੂ ਸਾਹਿਬ ਕਹਿੰਦੇ ਨਾ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ। ਇਸ ਲਈ ਗੁਰੂ ਸਾਹਿਬ ਕਹਿੰਦੇ ਬਈ ਮੇਰਾ ਤੀਰਥ ਕੀ ਹੈ? ਮੈਂ ਬਾਹਰਲੇ ਤੀਰਥਾਂ ਤੇ ਨਹੀਂ ਭਟਕਦਾ। ਤੀਰਥ ਹਮਰਾ ਹਰ ਕੋ ਨਾਮ, ਤੀਰਥ ਹਮਰਾ ਹਰ ਕੋ ਨਾਮ, ਗੁਰੂ ਉਪਦੇਸ਼ਿਆ ਤਤ ਗਿਆਨ। ਤੀਰਥ ਹਮਰਾ ਹਰ ਕੋ ਨਾਮ, ਪਰਮਾਤਮਾ ਦਾ ਨਾਮ ਮੇਰੇ ਲਈ ਤੀਰਥ ਹੈ। ਗੁਰੂ ਉਪਦੇਸ਼ਿਆ ਤਤ ਗਿਆਨ, ਗੁਰੂ ਨੇ ਆਪਣੇ ਉਪਦੇਸ਼ ਰਾਹੀਂ, ਸਿੱਖਿਆ ਰਾਹੀਂ ਇਹ ਤੱਤ ਦੀ ਵਿਚਾਰ ਮੈਨੂੰ ਦੇ ਦਿੱਤੀ ਕਿ ਬਾਹਰਲੇ ਤੀਰਥਾਂ ਦੇ ਭਟਕਣ ਦੇ ਨਾਲ ਅੰਦਰ ਦੀ ਮੈਲ ਦੂਰ ਨਹੀਂ ਹੋ ਸਕਦੀ। ਇਸ ਲਈ ਤੀਰਥ ਹੈ ਪਰਮਾਤਮਾ ਦਾ ਨਾਮ। ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਕਹਿੰਦੇ ਮੈਂ ਵੀ ਤੀਰਥਾਂ ਤੇ ਜਾਂਦਾ, ਲੇਕਿਨ ਮੇਰਾ ਨਾਮ ਤੀਰਥ ਹੈ। ਮੈਂ ਬਾਹਰਲੇ ਤੀਰਥਾਂ ਤੇ ਨਹੀਂ ਭਟਕਦਾ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ। ਗੁਰੂ ਸਾਹਿਬ ਇਹ ਸੇਧ ਸਾਨੂੰ ਬਖਸ਼ਦੇ ਆ। ਲੇਕਿਨ ਹੁਣ ਇਸ ਤੀਰਥ ਦੇ ਨਾਲ ਜਿਹੜਾ ਇਹ ਨਾਮ ਤੀਰਥ ਹੈ, ਗੁਰੂ ਸਾਹਿਬ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਬੜੀ ਸੁੰਦਰ ਉਦਾਹਰਨ ਦਿੱਤੀ ਹੈ ਕਿ ਭਾਈ ਬਾਹਰਲੇ ਤੀਰਥਾਂ ਤੇ ਭਟਕਣਾ ਛੱਡ ਦਈਏ। ਹਰ ਨਾਮ ਨਹਾਈਐ, ਫਿਰ ਮੈਲਾ ਮੂਲ ਨਾ ਹੋਏ। ਹਰ ਮੈਂ ਨਾਮ ਨਹਾਈਐ ਸੋ ਜਨ ਨਿਰਮਲ। ਕਿਵੇਂ ਪਵਿੱਤਰ ਹੋਏਗਾ? ਜਿਹੜਾ ਇਸ ਨਾਮ ਦੇ ਵਿੱਚ ਇਸ਼ਨਾਨ ਕਰਦਾ, ਨਾਮ ਦੇ ਮੰਮੇ ਨੂੰ ਸਿਹਾਰੀ ਹੈ, ਨਾਮ ਦੇ ਵਿੱਚ ਇਸ਼ਨਾਨ ਕਰਦਾ, ਭਾਵ ਕਿ ਪਰਮਾਤਮਾ ਦੀ ਸਿਫਤ ਸਲਾਹ ਦੇ ਨਾਲ ਜੁੜ ਜਾਂਦਾ ਹੈ, ਫਿਰ ਮੈਲਾ ਮੂਲ ਨਾ ਹੋਏ। ਉਸ ਨੂੰ ਮੈਲ ਨਹੀਂ ਲੱਗਦੀ ਹੈ, ਫਿਰ ਨਹੀਂ ਮੈਲ ਲੱਗੇਗੀ। ਖਿਨ ਪਲ ਹਰ ਨਾਮ ਮਨ ਵਸੈ। ਕਹਿੰਦੇ ਜੇ ਇੱਕ ਖਿਣ ਦੇ ਲਈ ਵੀ ਪਰਮਾਤਮਾ ਦਾ ਨਾਮ ਅੰਦਰ ਵਸ ਜਾਏ ਤੇ ਮੈਲ ਉਤਰ ਜਾਂਦੀ ਹੈ। ਇਸ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਸਾਡੇ ਲਈ ਪਰਮਾਤਮਾ ਦਾ ਨਾਮ ਤੀਰਥ ਹੈ, ਲੇਕਿਨ ਇਸ ਤੀਰਥ ਦੇ ਨਾਲ ਸਾਨੂੰ ਜੋੜਦਾ ਕੌਣ ਹੈ? ਗੁਰੂ ਹੈ। ਗੁਰ ਤੀਰਥ, ਗੁਰੂ ਹੀ ਗੁਰਸਰ ਤੀਰਥ, ਗੁਰ ਬੋਹਿਥ, ਗੁਰ ਦਰਿਆਓ। ਗੁਰੂ ਸਾਹਿਬ ਨੇ ਇਹ ਸਾਨੂੰ ਉਦਾਹਰਨ ਦਿੱਤੀ ਹੈ। ਗੁਰਸਰ ਸਾਗਰ ਬੋਇਥੋ, ਗੁਰ ਤੀਰਥ ਦਰਿਆਓ। ਗੁਰ ਦਰਿਆਓ ਸਦਾ ਜਲ ਨਿਰਮਲ, ਮਿਲਿਆ ਦੁਰਮਤ ਮੈਲ ਹਰੈ। ਇਸ ਗੁਰੂ ਸਰੋਵਰ ਦੇ ਵਿੱਚ ਜਦੋਂ ਆ ਕੇ ਅਸੀਂ ਇਸ਼ਨਾਨ ਕਰਦੇ ਹਾਂ ਤੇ ਫਿਰ ਸਾਡੇ ਅੰਦਰ ਦੀ ਮੈਲ ਦੂਰ ਹੁੰਦੀ ਹੈ। ਇਸ ਲਈ ਗੁਰੂ ਸਾਹਿਬ ਨੇ ਬੜੀ ਸੁੰਦਰ ਇੱਕ ਉਦਾਹਰਨ ਦਿੱਤੀ ਹੈ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ। ਅੰਮ੍ਰਿਤਸਰ ਸਤਿਗੁਰ ਸਤਵਾਦੀ, ਜਿਤ ਨਾਤੈ ਕਉਆ ਹੰਸ ਹੋਵੈ। ਧੰਨ ਨਾਨਕ ਧੰਨ ਧੰਨ ਵੱਡੇ ਵੱਡ ਭਾਗੀ, ਜਿਨ ਗੁਰਮਤਿ ਨਾਮ ਹਿਰਦੈ ਮਲ ਧੋ ਹੈ। ਅੰਮ੍ਰਿਤਸਰ ਸਤਿਗੁਰ ਸਤਵਾਦੀ। ਕਹਿੰਦੇ ਉਹ ਪਰਮਾਤਮਾ ਦਾ ਨਾਮ ਜਪਣ ਵਾਲਾ ਸਤਿਗੁਰੂ ਜਿਹੜਾ ਹੈ, ਆਤਮਿਕ ਜੀਵਨ ਦੇਣ ਵਾਲਾ ਇੱਕ ਸਰੋਵਰ ਹੈ, ਜਿਸ ਦੇ ਵਿੱਚ ਚੁੱਭੀ ਲਾਇਆ ਇਸ਼ਨਾਨ ਕੀਤਿਆਂ ਸਾਡੇ ਅੰਦਰ ਦੀ ਮੈਲ ਦੂਰ ਹੁੰਦੀ ਹੈ। ਲੇਕਿਨ ਗੁਰੂ ਸਾਹਿਬ ਨਾਲ ਇੱਕ ਹੋਰ ਉਦਾਹਰਨ ਦਿੰਦੇ ਆ। ਬਗਲਾ ਕਾਗ ਨੀਚ ਕੀ ਸੰਗਤ, ਜਾਏ ਕਰੰਗ ਬਿਖੂ ਮੁਖ ਲਾਈ ਹੈ। ਜਿਹੜੇ ਬਗਲਾ ਤੇ ਕਾਂ ਬਿਰਤੀ ਵਾਲੇ, ਉੱਥੇ ਗੁਰੂ ਸਾਹਿਬ ਕਹਿੰਦੇ ਆ ਅੰਮ੍ਰਿਤਸਰ ਸਤਿਗੁਰ ਸਤਵਾਦੀ, ਜਿਤ ਨਾਤੈ ਕਉਆ ਹੰਸ ਹੋਵੈ। ਹੁਣ ਕਾਂ ਬਿਰਤੀ ਵਾਲਾ ਹੋਵੇ, ਕਾਂ ਹਮੇਸ਼ਾ ਗੰਦਗੀ ਦੇ ਉੱਪਰ ਬੈਠਦਾ, ਗੰਦ ਦੇ ਢੇਰ ਦੇ ਉੱਪਰ ਹੀ ਬੈਠਦਾ, ਉਸਦੀ ਬਿਰਤੀ ਇਸ ਤਰ੍ਹਾਂ ਦੀ ਹੈ। ਹੁਣ ਜਿਹੜੇ ਕਾਂ ਬਿਰਤੀ ਵਾਲੇ ਮਨੁੱਖ ਨੇ, ਭਾਵ ਜਿਨ੍ਹਾਂ ਦੇ ਅੰਦਰ ਵਿਕਾਰਾਂ ਦੀ ਗੰਦਗੀ ਹੈ, ਕਹਿੰਦੇ ਉਹ ਵੀ ਜੇ ਇਸ ਗੁਰੂ ਸਰੋਵਰ ਦੇ ਵਿੱਚ ਆ ਕੇ ਇਸ਼ਨਾਨ ਕਰ ਲੈਣ ਤੇ ਉਹਨਾਂ ਦੀ ਬਿਰਤੀ ਵੀ ਹੰਸ ਵਰਗੀ ਬਣ ਜਾਂਦੀ, ਉਹ ਵੀ ਹੀਰੇ ਤੇ ਮੋਤੀ ਚੁਗਣ ਵਾਲੇ ਬਣ ਜਾਂਦੇ। ਭਾਵ ਸ਼ੁਭ ਗੁਣ ਉਹਨਾਂ ਦੇ ਅੰਦਰ ਪ੍ਰਗਟ ਹੋ ਜਾਂਦੇ। ਮੱਤ ਵਿੱਚ ਰਤਨ ਜਵਾਹਰ ਮਾਣਕ, ਜੇ ਗੁਰ ਕੀ ਸਿੱਖ ਸੁਣੀ। ਲੇਕਿਨ ਗੁਰੂ ਸਾਹਿਬ ਦੂਜੇ ਬੰਨੇ ਉਦਾਹਰਨ ਦਿੰਦੇ, ਬਗਲਾ ਕਾਗ ਨੀਚ ਕੀ ਸੰਗਤ। ਬਗਲਾ ਹੈ, ਕਾਂ ਹੈ, ਦੋਵਾਂ ਦਾ ਰੰਗ ਵੱਖਰਾ ਹੈ, ਲੇਕਿਨ ਬਿਰਤੀ ਇੱਕੋ ਜਿਹੀ ਹੈ। ਬਗਲਾ ਵੀ ਜਿਹੜਾ ਹੈ ਨਾ, ਉਹ ਛੱਪੜ ਦੇ ਕਿਨਾਰੇ ਬੈਠਿਆ ਤੇ ਡੱਡੀਆਂ ਤੇ ਮੱਛੀਆਂ ਦੀ ਭਾਲ ਦੇ ਵਿੱਚ ਰਹਿੰਦਾ ਹੈ। ਕਹਿੰਦੇ ਬਗਲਾ ਇੱਕ ਲੱਤ ਭਾਰ ਖੜਾ ਹੋ ਜਾਂਦਾ ਹੈ, ਅੱਖ ਮੀਟ ਲੈਂਦਾ ਹੈ, ਤੇ ਜਦੋਂ ਕੋਈ ਮੱਛੀ ਬਾਹਰ ਆਉਂਦੀ ਹੈ ਤੇ ਇੱਕਦਮ ਉਸਦੇ ਉੱਪਰ ਝਪਟਦਾ ਹੈ। ਕਹਿੰਦੇ ਇਸ ਤਰ੍ਹਾਂ ਹੀ ਕਾਂ ਹੈ, ਉਹ ਗੰਦਗੀ ਦੇ ਢੇਰ ਦੇ ਉੱਪਰ ਹੀ ਬੈਠੇਗਾ। ਬਗਲਾ ਕਾਗ ਨੀਚ ਕੀ ਸੰਗਤ, ਜਾਏ ਕਰੰਗ ਬਿਖੂ ਮੁਖ ਲਾਈਏ। ਉਹ ਬਿਖ ਦੇ ਵਿੱਚ, ਗੰਦਗੀ ਦੇ ਵਿੱਚ ਮੂੰਹ ਮਾਰਨਗੇ। ਤੇ ਲੇਕਿਨ ਗੁਰੂ ਸਾਹਿਬ ਕਹਿੰਦੇ ਆ ਕਿ ਸੱਚੇ ਪਾਤਸ਼ਾਹ ਕਿਰਪਾ ਕਰ, ਨਾਨਕ ਮੇਲ ਮੇਲ ਪ੍ਰਭ ਸੰਗਤ, ਮਿਲ ਸੰਗਤ ਹੰਸ ਕਰਾਈ। ਕਹਿੰਦੇ ਸੱਚੇ ਪਾਤਸ਼ਾਹ ਮੈਨੂੰ ਉਹ ਮਾੜੀ ਸੰਗਤ ਨਾ ਦੇਈ। ਇਸ ਤੋਂ ਭਾਵ ਇਹ ਲੱਗਦਾ ਹੈ ਕਿ ਜਿੱਥੇ ਨਾਮ ਤੀਰਥ ਹੈ, ਗੁਰੂ ਸਰੋਵਰ ਹੈ, ਗੁਰੂ ਇੱਕ ਦਰਿਆ ਹੈ ਨਾਮ ਰੂਪੀ, ਉੱਥੇ ਸੰਗਤ ਵੀ ਸਾਡੇ ਲਈ ਇੱਕ ਸਰੋਵਰ ਹੈ।
ਹੁਣ ਇੱਥੇ ਹੀ ਇਸ ਸੰਗਤ ਦੇ ਵਿੱਚ ਜਦੋਂ ਅਸੀਂ ਬੈਠਦੇ ਹਾਂ ਤਾਂ ਸਾਡੇ ਅੰਦਰ ਵਿਕਾਰਾਂ ਦੀ ਮੈਲ ਜਿਹੜੀ ਹੈ, ਗੰਦਗੀ ਜਿਹੜੀ ਹੈ ਬਾਹਰ ਜਾ ਰਹੀ। ਆਪਾਂ ਵਿਚਾਰ ਕਰ ਰਹੇ ਹਾਂ ਨਾ, ਇਹ ਮੈਲ ਨੂੰ ਧੋ ਰਹੇ ਹਾਂ, ਆਪਾਂ ਇਹ ਗੰਦਗੀ ਨੂੰ ਬਾਹਰ ਕੱਢ ਰਹੇ ਹਾਂ। ਇਸ ਲਈ ਸਤਸੰਗਤ ਦੇ ਵਿੱਚ ਜਦੋਂ ਆਪਾਂ ਬੈਠਦੇ ਹਾਂ ਤੇ ਸਤਸੰਗਤ ਦੇ ਵਿੱਚ ਬੈਠ ਕੇ ਗੁਰੂ ਦੀ ਗੱਲ ਹੁੰਦੀ ਹੈ, ਗੁਰੂ ਸਾਨੂੰ ਨਾਮ ਦੀ ਗੱਲ ਬਖਸ਼ਿਸ਼ ਕਰਦਾ ਹੈ, ਤੇ ਬਸ ਇਹ ਸਾਡੇ ਲਈ ਤੀਰਥ ਬਣ ਜਾਂਦਾ ਹੈ। ਇਸ ਸਤਸੰਗੀ ਸਰੋਵਰ ਜਦੋਂ ਅਸੀਂ ਚੁੱਭੀ ਲਾਉਂਦੇ ਹਾਂ, ਪਾਣੀ ਪੜ੍ਹਦੇ ਹਾਂ, ਸਿਫਤ ਸਲਾਹ ਕਰਦੇ ਹਾਂ, ਨਾਮ ਜਪਦੇ ਹਾਂ, ਤੇ ਅੰਦਰ ਦੀ ਵਿਕਾਰਾਂ ਦੀ ਮੈਲ ਦੂਰ ਹੁੰਦੀ ਹੈ। ਜਿਵੇਂ ਆਪਾਂ ਇਹ ਉਦਾਹਰਨ ਲਈ ਸੀ ਕਿ ਬਾਲਟੀ ਗੰਦੇ ਪਾਣੀ ਦੇ ਨਾਲ ਭਰੀ ਹੋਵੇ, ਤੁਸੀਂ ਉਹਨੂੰ ਸਾਫ਼ ਕਰਨਾ, ਇੱਕ ਤੇ ਆਪਾਂ ਇੱਕਦਮ ਡੋਲ ਕੇ ਬਾਲਟੀ ਖਾਲੀ ਕਰ ਸਕਦੇ ਹਾਂ, ਲੇਕਿਨ ਪਿੱਛੋਂ ਤੁਸੀਂ ਸਾਫ਼ ਪਾਣੀ ਦੇ ਨਾਲ ਪਾਈਪ ਲਗਾ ਦਿਓ, ਪਾਈਪ ਪਾ ਦਿਓ ਉਸ ਬਾਲਟੀ ਦੇ ਵਿੱਚ, ਹੌਲੀ ਹੌਲੀ ਉਹ ਗੰਦਗੀ ਵਾਲਾ ਪਾਣੀ ਜਿਹੜਾ ਬਾਹਰ ਨਿਕਲਦਾ ਜਾਏਗਾ ਤੇ ਸਾਫ਼ ਪਾਣੀ ਦੇ ਨਾਲ ਬਾਲਟੀ ਭਰਿਆ ਜਾਣੀ। ਬਸ ਇਸੇ ਤਰ੍ਹਾਂ ਹੀ ਹੈ ਇਹ ਸਾਡੇ ਅੰਦਰ ਜਿਹੜੀ ਵਿਕਾਰਾਂ ਦੀ ਗੰਦਗੀ ਹੈ, ਜਿਉਂ ਅਸੀਂ ਸਤਸੰਗੀ ਸਰੋਵਰ ਦੇ ਨਾਲ ਨਾਤਾ ਜੋੜਦੇ ਹਾਂ, ਨਾਮ ਦੀ ਵਿਚਾਰ, ਗੁਰੂ ਦੀ ਵਿਚਾਰ ਸਤਸੰਗੀਆਂ ਪਾਸੋਂ ਇਕੱਤਰ ਕਰਦੇ ਹਾਂ, ਤੇ ਗੰਦਗੀ ਬਾਹਰ ਨਿਕਲ ਜਾਂਦੀ ਹੈ ਤੇ ਸਾਡੇ ਅੰਦਰ ਸ਼ੁਭ ਗੁਣ ਇਕੱਤਰ ਹੋ ਜਾਂਦੇ ਹੈ। ਉਹ ਕੂੜ ਦੀ ਪਾਲ ਟੁੱਟਦੀ ਜਾਂਦੀ ਹੈ ਤੇ ਸੱਚਿਆਰ ਵਾਲੇ ਪਾਸੇ ਅਸੀਂ ਵੱਧਦੇ ਜਾਂਦੇ। ਇਸ ਲਈ ਗੁਰੂ ਸਾਹਿਬ ਇਹ ਕਹਿੰਦੇ ਹੈ ਕਿ ਭਾਈ ਇਹ ਤੀਰਥ ਸਾਡੇ ਲਈ ਨਾਮ ਹੈ। ਉਹਨਾਂ ਨੇ ਇੱਕ ਹੋਰ ਧਾਰਨਾ ਬਣਾ ਲਈ ਕਿ ਭਾਈ ਜੇ ਤੁਸੀਂ ਮਨੋਕਾਮਨਾਵਾਂ ਤੁਹਾਡੀਆਂ ਤਾਂ ਪੂਰੀਆਂ ਹੋਣਗੀਆਂ ਜੇ ਤੁਸੀਂ ਬਾਹਰਲੇ ਤੀਰਥਾਂ 'ਤੇ ਇਸ਼ਨਾਨ ਕਰੋਗੇ। ਜਿਹੜੀ ਮਨੋਕਾਮਨਾ ਤੁਸੀਂ ਤੀਰਥ 'ਤੇ ਲੈ ਕੇ ਜਾਓਗੇ, ਮਨੋਕਾਮਨਾ ਪੂਰੀ ਹੋਈ। ਇੱਛਾ ਜਾਂ ਮਨੋਕਾਮਨਾ ਕੀ ਹੈ? ਜਦੋਂ ਕਿਸੇ ਚੀਜ਼ ਦੀ ਪ੍ਰਾਪਤੀ ਦੀ ਤਾਂਘ ਅੰਦਰ ਪੈਦਾ ਹੁੰਦੀ ਹੈ, ਉਹ ਇੱਛਾ ਬਣਦੀ ਹੈ, ਹੌਲੀ ਹੌਲੀ ਮਨੋਕਾਮਨਾ ਬਣਦੀ ਹੈ। ਜਦੋਂ ਇੱਛਾ ਪ੍ਰਬਲ ਹੋ ਜਾਂਦੀ ਹੈ, ਬਈ ਇਹ ਚੀਜ਼ ਮੇਰੇ ਕੋਲ ਹੋਣੀ ਹੀ ਚਾਹੀਦੀ ਹੈ, ਤੇ ਫਿਰ ਕੀ ਹੈ? ਉਹ ਲੋਭ ਦਾ ਰੂਪ ਧਾਰਨ ਕਰਦੀ ਹੈ। ਇੱਛਾ ਪ੍ਰਬਲ ਇੱਛਾ ਲੋਭ ਦਾ ਰੂਪ ਧਾਰਨ ਕਰਦੀ ਹੈ। ਫਿਰ ਉਸ ਲੋਭ ਦੇ ਵਿੱਚ ਫਸ ਕੇ ਇੱਕ ਤੇ ਇੱਛਾ ਤੇ ਮਨੋਕਾਮਨਾ ਜਦੋਂ ਅੰਦਰ ਪੈਦਾ ਹੁੰਦੀਆਂ ਤੇ ਉਹ ਕਰਮ ਦਾ ਰੂਪ ਧਾਰਨ ਕਰਦੀ। ਭਾਵ ਅਸੀਂ ਕਰਮ ਕਰਦੇ ਹਾਂ, ਜੋ ਇੱਛਾ ਜੋ ਮਨੋਕਾਮਨਾ ਸਾਡੇ ਅੰਦਰ ਹੈ ਉਸ ਦੀ ਪੂਰਤੀ ਦੇ ਲਈ ਫਿਰ ਅਸੀਂ ਕਰਮ ਕਰਦੇ ਹਾਂ, ਤੇ ਉਹ ਕਰਮ ਜਿਹੜੇ ਨੇ ਸਾਨੂੰ ਮਾੜੇ ਪਾਸੇ ਲੈ ਜਾਂਦੇ ਆ, ਕਿਉਂਕਿ ਮਾੜਾ ਕਰਮ ਕਰਦੇ ਹਾਂ। ਕਿਸੇ ਵੀ ਤਰੀਕੇ ਦੇ ਨਾਲ ਮੈਨੂੰ ਚੀਜ਼ ਮਿਲਣੀ ਚਾਹੀਦੀ ਹੈ, ਮੈਨੂੰ ਕੁਰਸੀ ਲੱਭਣੀ ਚਾਹੀਦੀ ਹੈ, ਮੈਨੂੰ ਕੋਈ ਵੀ ਚੀਜ਼ ਹਾਸਲ ਹੋਣੀ ਚਾਹੀਦੀ, ਮੈਨੂੰ ਮਾਇਆ ਮਿਲਣੀ ਚਾਹੀਦੀ, ਪਦਾਰਥ ਮਿਲਣੇ ਚਾਹੀਦੇ, ਸੁੱਖ ਸਾਧਨ ਮਿਲਣੇ ਚਾਹੀਦੇ ਹੈ। ਤੇ ਜਦੋਂ ਉਹ ਤੁਹਾਡੇ ਇੱਕ ਹੈਸੀਅਤ ਤੋਂ ਬਾਹਰ ਹੁੰਦੀ ਹੈ ਤਾਂ ਉਸ ਦੀ ਪ੍ਰਾਪਤੀ ਦੇ ਲਈ ਜਦੋਂ ਬੰਦਾ ਅੰਦਰ ਇੱਛਾ ਧਾਰਦਾ ਹੈ, ਆਸਾ ਤੇ ਮਨਸਾਵਾਂ ਪੈਦਾ ਹੁੰਦੀਆਂ, ਤੇ ਉਸ ਲੋੜ ਦੀ ਪੂਰਤੀ, ਲੋੜ ਸਾਡੇ ਲਈ ਜ਼ਰੂਰੀ ਹੈ। ਸਾਨੂੰ ਮਕਾਨ ਚਾਹੀਦਾ, ਗੱਡੀ ਚਾਹੀਦੀ ਹੈ, ਪਦਾਰਥ ਚਾਹੀਦੇ ਨੇ, ਮਾਇਆ ਚਾਹੀਦੀ ਹੈ, ਵਰਤੋਂ ਵਿਹਾਰ ਹੈ ਸਾਡਾ ਸਮਾਜਿਕ ਤਲ 'ਤੇ। ਲੇਕਿਨ ਜਦੋਂ ਅਸੀਂ ਆਪਣੇ ਸਾਧਨਾਂ ਨੂੰ ਹੱਦੋਂ ਪਾਰ ਕਰ ਲੈਂਦੇ ਹਾਂ, ਇੱਛਾ ਲੋੜ ਤੋਂ ਵੱਧ ਜਾਂਦੀ ਹੈ, ਤੇ ਫਿਰ ਲੋਭ ਦੇ ਵਿੱਚ ਫਸਦੇ ਹਾਂ ਤੇ ਮਾਇਆ ਦੀ ਦੌੜ ਦੇ ਵਿੱਚ ਫਸ ਕੇ ਮਾੜੇ ਕਰਮਾਂ ਰਾਹੀਂ ਇਹ ਇਕੱਤਰ ਕਰਨਾ ਚਾਹੁੰਦੇ ਹਾਂ। ਗੁਰੂ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਸ ਦੀ ਉਦਾਹਰਨ ਬੜੀ ਸੁੰਦਰ ਦਿੱਤੀ ਹੈ। ਕਹਿੰਦੇ ਕਿ ਬਈ ਏਕ ਸਵਾਨ ਦੋਇ ਸਵਾਨੀ ਨਾਲ, ਭਲਕੇ ਭੋਕੈ ਸਦਾ ਬਿਆਲ, ਕੂੜ ਛੁੜਾ ਮੁੱਠਾ ਮੁਰਦਾਰ, ਧਾਨਕ ਰੂਪ ਰਹਾ ਕਰਤਾਰ। ਧਾਨਕ ਰੂਪ ਰਹਾ ਕਰਤਾਰ ਕਹਿੰਦੇ ਮੇਰੀ ਹਾਲਤ ਕੀ ਬਣੀ ਹੈ? ਅੰਦਰ ਆਸਾਵਾਂ ਤੇ ਮਨਸਾਵਾਂ ਜਾਗ ਗਈਆਂ। ਮੇਰੇ ਅੰਦਰ ਇੱਕ ਲੋਭ ਰੂਪੀ ਕੁੱਤਾ ਹੈ, ਏਕ ਸਵਾਨ ਦੋਇ ਸਵਾਨੀ, ਆਸਾ ਤੇ ਤ੍ਰਿਸ਼ਨਾ ਰੂਪੀ ਦੋ ਕੁੱਤੀਆਂ ਨੇ। ਇਹ ਸਵੇਰੇ ਉੱਠਦੀਆਂ ਹੀ ਮੈਨੂੰ ਤੰਗ ਕਰਦੀਆਂ ਨੇ, ਭਾਈ ਜਾ ਇਹ ਚੀਜ਼ ਲਿਆ, ਇਹ ਚੀਜ਼ ਲਿਆ, ਤੇ ਮੈਂ ਜਾਂਦਾ ਕੂੜ ਦਾ ਛੁਰਾ ਹੱਥ 'ਚ ਫਕੜਿਆ ਹੋਇਆ, ਮੈਂ ਮੁਰਦਾਰ ਖਾਈ ਜਾ ਰਿਹਾ, ਭਾਵ ਲੋਕਾਂ ਦਾ ਹੱਕ ਮਾਰਦਿਆਂ ਮੇਰੀ ਤੇ ਇਹ ਹਾਲਤ ਬਣੀ ਹੋਈ ਹੈ। ਗੁਰੂ ਸਾਹਿਬ ਇਹ ਉਦਾਹਰਨ ਦਿੰਦੇ ਕਿ ਜਦੋਂ ਆਸਾ ਤੇ ਮਨਸਾਵਾਂ ਸਾਡੇ ਅੰਦਰ ਜਾਗਦੀਆਂ, ਤ੍ਰਿਸ਼ਨਾ ਜਾਗਦੀ, ਇੱਛਾ ਪ੍ਰਬਲ ਹੋ ਜਾਂਦੀ ਹੈ, ਤੇ ਬੰਦਾ ਮਾੜੇ ਕਰਮ ਕਰਦਾ ਤੇ ਫਿਰ ਫਸ ਜਾਂਦਾ ਬੰਦਾ, ਤੇ ਤੀਰਥਾਂ ਦਾ ਭ੍ਰਮਣ ਕਰਦਾ। ਹੁਣ ਇਹ ਜਦੋਂ ਅਸੀਂ ਨਾਮ ਦੇ ਨਾਲ ਜੁੜਦੇ ਹਾਂ, ਸਿੱਧਾਂ ਦੇ ਨਾਲ, ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੱਲਬਾਤ ਹੋਈ ਨਾ, ਤੇ ਫਿਰ ਗੁਰੂ ਸਾਹਿਬ ਨੇ ਬੜੀ ਸੁੰਦਰ ਉਦਾਹਰਨ ਦਿੱਤੀ ਹੈ ਸਿੱਧ ਗੋਸ਼ਟ ਬਾਣੀ ਦੇ ਅੰਦਰ। ਗੁਰੂ ਸਾਹਿਬ ਨੇ ਪੁੱਛਦੇ ਹੈ ਕਿ ਬਈ ਤੇਰੇ ਅੰਦਰ ਕੋਈ ਆਸਾ ਮਨਸਾ ਨਹੀਂ। ਜਦੋਂ ਅਸੀਂ ਨਾਮ ਦੇ ਨਾਲ ਜੁੜਦੇ ਹਾਂ ਤੇ ਬੰਦਾ ਇੱਛਾ ਰਹਿਤ ਹੋ ਜਾਂਦਾ ਹੈ। ਸਾਡੇ ਅੰਦਰ ਇੱਛਾ ਹੈ, ਮੇਰੇ ਅੰਦਰ ਮਨੋਕਾਮਨਾ ਹੈ, ਮੈਨੂੰ ਇਹ ਚੀਜ਼ ਮਿਲਣੀ ਚਾਹੀਦੀ ਹੈ। ਲੇਕਿਨ ਜਦੋਂ ਨਾਮ ਦੇ ਨਾਲ ਜੁੜਦੇ ਹਾਂ, ਇਸ ਸਰੋਵਰ ਦੇ ਵਿੱਚੋਂ ਵੀ ਲਾਉਂਦੇ ਹਾਂ, ਤੇ ਫਿਰ ਮਨੁੱਖ ਇੱਛਾ ਰਹਿਤ ਹੋ ਜਾਂਦਾ ਹੈ। ਉਸਦੀ ਆਪਣੀ ਇੱਛਾ ਕੋਈ ਨਹੀਂ ਰਹਿੰਦੀ, ਫਿਰ ਉਹ ਪਰਮਾਤਮਾ ਦੀ ਇੱਛਾ ਹੀ ਉਸਦੀ ਇੱਛਾ ਬਣ ਜਾਂਦੀ ਹੈ। ਉਸਦੇ ਅੰਦਰੋਂ ਆਸਾਵਾਂ ਤੇ ਮਨਸਾਵਾਂ ਖਤਮ ਹੋ ਜਾਂਦੀਆਂ, ਉਹ ਜ਼ੋਰ ਨਹੀਂ ਪਾ ਸਕਦੀਆਂ। ਉੱਠਦੀਆਂ ਤੇ ਨੇ ਲੇਕਿਨ ਜ਼ੋਰ ਨਹੀਂ ਪਾ ਸਕਦੀਆਂ। ਗੁਰੂ ਸਾਹਿਬ ਨੂੰ ਸਵਾਲ ਕੀਤਾ, ਕਿਤ ਬਿਦ ਪੁਰਖਾ ਜਨਮ ਵਟਾਇਆ, ਕਾਹੇ ਕੋ ਤੁਝੇ ਮਨ ਲਾਇਆ, ਕਿਤ ਬਿਦ ਆਸਾ ਮਨਸਾ ਖਾਈ, ਕਿਤ ਬਿਦ ਜੋਤ ਨਿਰੰਤਰ ਪਾਈ। ਕਹਿੰਦੇ ਕਿਸ ਤਰੀਕੇ ਦੇ ਨਾਲ ਤੂੰ ਆਪਣੀ ਆਸਾਵਾਂ ਤੇ ਮਨਸਾਂ ਨੂੰ ਮਿਟਾ ਦਿੱਤਾ, ਤੇਰੇ ਅੰਦਰ ਤੇ ਇਹ ਚੀਜ਼ ਹੈ ਹੀ ਨਹੀਂ ਹੈ।
तेरे अंदर भटकना नहीं, तेरे तू भटकना रहत हो गया। किस तरीके नाल तेरा अंदर बदलाव आया। कित बिद पुरखा जन्म बटाया, काहे को तू जे मन लाया। तू मन किस दे नाल जोड़िया कि तेरे अंदरों आसा मनसा खत्म हो गई। कित बिद जोत निरंतर पाई, ते कहंदे बिन दंता क्यों खाइया सार, नानक साचा करो विचार। बिन दंता क्यों खाइया सार, सार कहंदे लोहा। कहंदे माया तू उपराम हो जाना, आसा मनसा तू उपराम हो जाना, ये तो लोहा चबण दे बराबर है। तो तू ये तरीका किस तरह अपनाया। तो गुरु साहब ने उत्तर दिता सी, सतगुर कै जन्मै गवन मिटाया, अनहत राते ये मन लाया। परमात्मा दे नाल जिहड़ा एक रस व्यापक है उस दे नाल मन लाया। गुरमुख जोत निरंतर पाई, मनशा आशा शब्द जलाई, गुरमुख जोत निरंतर पाई। कहंदे गुरु दे शब्द दे नाल मैं अपने अंदरों आशा ते मनसावां साड़ दित्तियां, खत्म हो गईयां, हुण नहीं मेरे उपर जोर पा सकदियां। त्रै गुण मेटे खाइया सार, नानक तारे तारण हार। कहंदे जिहड़े माया दे तीन गुण ने ना, रजो गुण, तमो गुण, सतो गुण, कहंदे मैं इन्हां नूं मिटा दिता। मैं इन्हां दे प्रभाव अधीन नहीं रहिंदा। आपां इन्हां गुणां दी विचार कीती सी। कहंदे मैं इन्हां दे प्रभाव अधीन नहीं रहिंदा, ते बस इस तरीके दे नाल मैं मानो ये लोहा चब लिया। गुरु साहब ने सानू उदाहरण दित्ती है बई असल दे विच इच्छा रहत मनुख हो जाता है। साड़ियाँ इच्छावां भी पूरीआं करन वाला वो परमात्मा ही। इच्छा पूरक सर्व सुख दाता हर, जांकै वस है काम तेना। साचा नाम मेरा आधारो, साच नाम आधार मेरा, जिन भुखा सब गवाइयां। कर शांत सुख मन आए वसिया, जिन इच्छा सब पुजाइयां। नाम दे नाल जुड़दियां ते इच्छा पूरीआं हो जांदियां। पाप इच्छा तो उपर उठ जाता अपना, इच्छा दे विच नहीं फसदा, मनोकामनावां दे अधीन नहीं रहिंदा। फिर तो गुरु साहब ने यह सानू जो दूजिया ने दिता सिद्धांत भाई तुहाड़ियां इच्छा तीर्थ पूरा करेगा, तुसीं तीर्थां ते इशनान करो। गुरु साहब ने कहा भाई इच्छा पूरियां करने वाला भी परमात्मा का नाम ही है। इस तरह पाप कटदा साड़ा। पाप कहंदे माड़े कर्म असीं जदों करदे हां ना, हुण इच्छा दे नाल जुड़ गया ना, ज्यों ज्यों इच्छा प्रबल होंदी है तो उसकी प्राप्ति के लिए जदों बंदा माड़े कर्म करदा, हरबा कोई भी वरतदा ते पाप जीवन दे विच आउंदे है। तो फिर उन्होंने एक धारणा दे दी भाई तुहाडे पाप भी तीर्थ कटणगे। लोकी उन्होंने की किया, लोगों ने कि भाई इत्थे माड़े कर्म करने, चोरी करनी, ठगी करनी, फरेब करनी, दूजियां दा हक मारना, तो फिर तीर्थां ते जाके भ्रमण करना, इशनान करना, कहना जी मेरे पाप धोते गए। गुरु साहब कहते नहीं, पाप करे पंचां के बसरे, तीर्थ नहाए कहें सब उतरे, बोर कमावे होए निशंक, जमपुर बांध खरे कालंक। कहने लगे जे बंदा ये धारणा बना लवे कि मैं इत्थे संसार दे विच पाप कर रहा तो मैं तीर्थां ते इशनान करके पाप मेरे धोते जाणगे, तो मुड़ संसार विच आएगा, मुड़ पाप करेगा, ये तो सर्कल चलता रहेगा। कहते इस तरह नहीं, पाप कटण वाला भी जिहड़ा है वो परमात्मा का नाम है। नाम ज्यों ज्यों असीं जपदे हां, जिवें गुरु साहब कहंदे रामदास सरोवर नहाते सब उतरे पाप कमाते। ये वो सरोवर नहीं जिसका असीं जिक्र कई बारी साडे प्रचारक वीर गलत अर्थ करते हैं। ये रामां दे दासां दा सरोवर, भाव ये सत्संगी सरोवर जदों आपां इशनान करते हैं साडे पाप भी कटे जाते हैं। इस तरीके दे नाल गुरु साहब ने सानू ये सेहत बख्शिश की है कि चाहे साड़ियाँ इच्छा, चाहे कोई पाप नूं कटण वाली गल है, अंदर दी मैल नूं धोण वाली गल है, बाहरला तीर्थ साडे मैल धो नहीं सकदा। सानू तीर्थ किहड़ा है? परमात्मा का नाम, गुरु सरोवर, सत्संगी सरोवर, जिथे साडे विकारां दी मैल दूर होंदी है, क्योंकि वो परमात्मा नूं भाउंदा ही नहीं। परमात्मा नूं जिहड़ी गल चंगी किहड़ी लगदी है? फिर गुरु साहब कहंदे बई जे तीर्थां ते इशनान करना नहीं पाउंदा, किहड़ी गल चंगी लगदी है? सरवर हंस तुरे ही मेला, खसमै वे भाणा, सरवर अंदर हीरा मोती सो हंसा का खाना। कहंदे जिवें सरोवर दा मेल है हंस दे नाल, हंस सरोवर दे कंढे बैठदा हीरे मोती चुगदा है। कहंदे इस तरह ही जिहड़े गुरमुख ने हंस बिरती वाले वो गुरु सरोवर तो दूर नहीं जाते, क्योंकि रत्ना रतन पदार्थ वो सागर भरिया राम, बाणी गुरबाणी लागे तिन हथ चढ़िया राम। बस इत्थे सरोवर के कंढे बैठ के है ये गुल चीज़ जिहड़ी है ये गल परमात्मा नूं भाउंदी है। इसलिए गुरसिख का यह फर्ज बनता है कि वह गुरु सरोवर दे विच आ जाए, इत्थे चुब्भी मारे। तो ये अरदास करता रहे सच्चे पातशाह, सा मत दिओ दयाल प्रभ जित तुम्हें आराधा। गुरु साहब ने गल कही ना, गुरा एक देह बुझाई सबना जियां का एक दाता, सो मैं विसर ना जाई। तो गुरु साहब कहते हैं कि सा मत दिओ दयाल प्रभ, सच्चे पातशाह ऐसी मत बख्श, ऐसी बुद्धि बख्श कि मैं तैनू ना विसरा, तैनू ना भुलावा। सा मत देहो दयाल प्रभ जित तुम्हें आराधा। कहते तैनू
ਯਾਦ ਕਰਦਾ ਰਵਾਂ। ਬਸ ਇਸ ਤਰ੍ਹਾਂ ਦੀ ਮੱਤ ਮਿਲ ਜਾਏ। ਤੇ ਗੁਰੂ ਸਾਹਿਬ ਕਹਿੰਦੇ ਆ ਜਦੋਂ ਅਸੀਂ ਗੁਰੂ ਦੀ ਸ਼ਰਨ ਦੇ ਵਿੱਚ ਆਉਂਦੇ ਆ ਤੇ ਗੁਰੂ ਸਾਡੀ ਮੱਤ ਨੂੰ ਘੜਦਾ ਹੈ। ਘੜੀ ਹੋਈ ਮੱਤ ਸੰਸਾਰ ਦੇ ਵਿੱਚ ਖਚਤ ਨਹੀਂ ਹੋਣ ਦਿੰਦੀ, ਸਾਨੂੰ ਚੰਗੇ ਤੇ ਮਾੜੇ ਦਾ ਨਿਪਟਾਰਾ ਕਰਨਾ ਸਿਖਾਉਂਦੀ ਹੈ। ਸਾਡੇ ਲਈ ਚੰਗਾ ਕੀ ਹੈ, ਮਾੜਾ ਕੀ ਹੈ, ਇਹ ਮੱਤ ਜਦੋਂ ਇਸ ਤਰੀਕੇ ਦੇ ਨਾਲ ਘੜੀ ਜਾਂਦੀ ਹੈ ਤੇ ਇਸ ਦੀ ਪਰਖ ਕਰਕੇ ਜਦੋਂ ਅਸੀਂ ਮਾੜੇ ਕਰਮਾਂ ਨੂੰ ਤਿਆਗਦੇ ਹਾਂ, ਚੰਗੇ ਪਾਸੇ ਵਾਲੇ ਪਾਸੇ ਆਉਂਦੇ ਹਾਂ, ਅੰਦਰੋਂ ਵਿਕਾਰਾਂ ਦੀ ਮੈਲ ਦੂਰ ਹੁੰਦੀ ਹੈ, ਸਚਿਆਰ ਜੀਵਨ ਬਣ ਜਾਂਦਾ ਹੈ। ਵਿਕਾਰਾਂ ਦੀ ਮੈਲ, ਕੂੜ ਦੀ ਪਾਲ ਟੁੱਟਦੀ ਜਾਂਦੀ ਤੇ ਮਨੁੱਖ ਸਚਿਆਰ ਬਣਨਾ ਸ਼ੁਰੂ ਹੋ ਜਾਂਦਾ ਹੈ। ਇਹੀ ਗੱਲ ਗੁਰੂ ਸਾਹਿਬ ਨੇ ਕਹੀ, ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਜਿਉਂ ਅਸੀਂ ਨਾਮ ਜਪਾਂਗੇ, ਹੁਕਮ ਦੀ ਸੋਝੀ ਆਏਗੀ, ਹੁਕਮ ਦੇ ਅਧੀਨ ਜੀਵਨ ਨੂੰ ਕਰਾਂਗੇ, ਕੂੜ ਦੀ ਪਾਲ ਟੁੱਟੇਗੀ, ਸੱਚ ਆਧਾਰਿਤ ਜੀਵਨ ਬਣ ਜਾਏਗਾ, ਸਚਿਆਰੇ ਹੋ ਜਾਵਾਂਗੇ। ਅੱਜ ਦੀ ਵਿਚਾਰ ਆਪਾਂ ਇੱਥੇ ਹੀ ਸਮੇਟਦੇ ਹਾਂ, ਕਿਉਂਕਿ ਅੱਜ ਕੋਈ ਸਹਿਜ ਪਾਠ ਦਾ ਭੋਗ ਵੀ ਪੈਣਾ, ਇਸ ਲਈ ਹੁਕਮ ਹੋਇਆ ਸੀ ਕਿ ਵਿਚਾਰ ਨੂੰ ਜਲਦੀ ਸਮੇਟਿਆ ਜਾਏ। ਇਸ ਲਈ ਪੌੜੀ ਦੀ ਮੁਕੰਮਲ ਰੂਪ ਦੇ ਵਿੱਚ ਸ਼ਾਇਦ ਵਿਚਾਰ ਨਾ ਕਰ ਸਕੇ ਹੋਈਏ, ਖਿਮਾ ਦੇ ਜਾਚਕਾਂ। ਵਿਚਾਰਾਂ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋਣਗੀਆਂ, ਬਖਸ਼ ਲੈਣਾ ਜੀ। ਆਓ ਫਤਿਹ ਦੇ ਨਾਲ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।